ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 313 ਤੇ ਉੱਤੋਂ ਜਿਹੜਾ ਹੈ 6ਵੀਂ ਪੰਕਤੀ ਹੈ, ਪੌੜੀ। ਸੱਚ ਸੱਚੇ ਕੇ ਜਨ ਭਗਤ ਹੈ। ਭਗਤ ਬਹੁਵਚਨ ਹੈ, ਇਸ ਲਈ ਅੱਗੇ ਪੜ੍ਹਨਾ ਹੈ। ਸੱਚ ਸੱਚਾ ਜਿਨੀ ਅਰਾਧਿਆ, ਜਿਨ੍ਹਾਂ ਨੇ ਪਰਮਾਤਮਾ ਦੀ ਅਰਾਧਨਾ ਕੀਤੀ। ਸੱਚ ਸੱਚਾ ਜਿਨੀ ਅਰਾਧਿਆ, ਸੱਚ ਪਰਮਾਤਮਾ, ਸੱਚਾ ਸਦਾ ਰਹਿਣ ਵਾਲਾ ਹੈ। ਜਿਸ ਨੇ ਸਦਾ ਰਹਿਣ ਵਾਲੇ ਪਰਮਾਤਮਾ ਦੀ ਅਰਾਧਨਾ ਕੀਤੀ, ਭਾਵ ਸਿਮਰਨ ਕੀਤਾ। ਸੱਚ ਸੱਚੇ ਕੇ ਪਾ ਪਰਮਾਤਮਾ ਦੇ ਜਨ ਭਗਤ ਹੈ। ਉਹ ਜਨ, ਉਹ ਵਿਅਕਤੀ ਪਰਮਾਤਮਾ ਦੇ ਭਗਤ ਹਨ। ਜਿਨ੍ਹਾਂ ਨੇ ਪਰਮਾਤਮਾ ਦੀ ਅਰਾਧਨਾ ਕੀਤੀ, ਉਹ ਪਰਮਾਤਮਾ ਦੇ ਭਗਤ ਹਨ। ਹੈ ਮੈਨੇ ਹਨ, ਹਿੰਦੀ 'ਚ ਹੈ ਹੁੰਦਾ, ਪੰਜਾਬੀ 'ਚ ਹਨ ਹੁੰਦਾ ਹੈ। ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲੱਧਿਆ। ਅੱਲਾ ਕਹਿੰਦੇ ਜੀ ਪਰਮਾਤਮਾ ਕਿਵੇਂ ਮਿਲੇਗਾ, ਕਿੱਥੇ ਮਿਲੇਗਾ? ਜਿਨ੍ਹਾਂ ਨੇ ਗੁਰਮੁਖ ਬਣ ਕੇ, ਭਾਵ ਗੁਰੂ ਦੇ ਆਖੇ ਲੱਗ ਕੇ ਪਰਮਾਤਮਾ ਦੀ ਖੋਜ ਕੀਤੀ, ਖੋਜ ਢੰਡੋਲਿਆ, ਖੋਜ ਕੀਤੀ, ਤਿਨ ਅੰਦਰੋਂ ਹੀ ਸੱਚ ਲੱਧਿਆ। ਲੱਧਿਆ ਮੈਨੇ ਲੱਭ ਲਿਆ। ਉਹਨਾਂ ਨੇ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਲੱਭ ਲਿਆ। ਸੋ ਪਰਮਾਤਮਾ ਅੰਦਰੋਂ ਹੀ ਮਿਲਦਾ ਹੈ। ਹਾਂ, ਇੰਨੇ ਜਿਹਨੂੰ ਇੱਕ ਵਾਰੀ ਅੰਦਰੋਂ ਪਰਮਾਤਮਾ ਮਿਲ ਜਾਏ, ਉਹਨੂੰ ਫਿਰ ਸਭ ਦੇ ਵਿੱਚ ਪਰਮਾਤਮਾ ਦਿਸਦਾ ਹੈ। ਬਾਹਰ ਵੀ ਉਹਨੂੰ ਫਿਰ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਸੋ ਜਿਨ੍ਹਾਂ ਨੂੰ ਅੰਦਰੋਂ ਪਰਮਾਤਮਾ ਦਿਸਿਆ, ਉਹਨਾਂ ਨੂੰ ਫਿਰ ਬਾਹਰੋਂ ਵੀ ਦਿਸਿਆ। ਉਹਨਾਂ ਨੂੰ ਸਭ ਦੇ ਵਿੱਚ ਪਰਮਾਤਮਾ ਦਿਸਿਆ। ਫਿਰ ਉਹਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿਉਂਕਿ ਉਹਨਾਂ ਨੂੰ ਕੁੱਤੇ 'ਚ ਵੀ ਰੱਬ ਦਿਸ ਰਿਹਾ, ਬਿੱਲੀ 'ਚ ਵੀ ਰੱਬ ਦਿਸ ਰਿਹਾ, ਸ਼ੇਰ 'ਚ ਵੀ ਰੱਬ ਦਿਸ ਰਿਹਾ, ਸੱਪ 'ਚ ਵੀ ਰੱਬ ਦਿਸ ਰਿਹਾ ਹੈ। ਜਿਵੇਂ ਕਹਿੰਦੇ ਸਾਵਣ ਦੇ ਅੰਨੇ ਨੂੰ ਹਰਾ ਹੀ ਹਰਾ, ਕਿ ਉਹ ਸਾਉਣ ਦੇ ਮਹੀਨੇ 'ਚ ਹਰਿਆਵਲ ਹੁੰਦੀ ਹੈ। ਹਰਿਆਵਲ ਵੇਖ ਕੇ ਉਹ ਅੰਨਾ ਹੋ ਗਿਆ ਹੈ, ਉਸ ਸਮੇਂ ਦੇ ਹਰ ਵਕਤ ਹਰਿਆਵਲ ਹੀ ਹੁੰਦੀ ਹੈ। ਸੋ ਜਿਹਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ, ਉਹਨੂੰ ਸਭ ਪਾਸੇ ਫਿਰ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਉੱਥੇ ਜਾ ਕੇ ਫਿਰ ਸਮਝ ਆਉਂਦੀ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤਾਂ ਜਾ ਕੇ ਸਮਝ ਆਉਂਦੀ, ਨਹੀਂ ਤਾਂ ਸਮਝ ਨਹੀਂ ਆਉਂਦੀ ਗੱਲ ਦੀ। ਨਹੀਂ ਤਾਂ ਅਲਗ ਗੱਲ ਹੈ, ਅਸੀਂ ਫਿਰ ਕੀ ਹਾਂ? ਜੇ ਸਾਰਾ ਗੋਬਿੰਦ ਹੀ ਹੈ ਤਾਂ ਅਸੀਂ ਫਿਰ ਕੀ ਹਾਂ? ਇਹੀ ਕਹੀ ਜਾਊਗਾ, ਕੁਦਰਤੀ ਗੱਲ ਹੈ। ਜਦੋਂ ਇੱਥੇ ਪਹੁੰਚੇਗਾ ਫਿਰ, ਕਿਉਂਕਿ ਫਿਰ ਸਾਡਾ ਸਰੀਰ ਪਾਰਦਰਸ਼ੀ ਹੋ ਜਾਂਦਾ ਹੈ। ਫਿਰ ਉੱਪਰਲੀ ਖਲੜੀ ਦਿਸਣੋਂ ਹਟ ਜਾਂਦੀ ਹੈ। ਇਸ ਸਰੀਰ ਦੇ ਵਿੱਚ ਜੋ ਪਰਮਾਤਮਾ ਬੈਠਾ ਉਹ ਦਿਸਦਾ ਹੈ। ਫਿਰ ਜਿਵੇਂ ਤੁਸੀਂ ਐਕਸਰੇ ਲੈਂਦੇ ਹੋ, ਉੱਪਰਲੀ ਖਲੜੀ ਦਾ ਐਕਸਰੇ ਨਹੀਂ ਆਉਂਦਾ, ਅੰਦਰ ਕੀ ਹੈ ਉਹਦਾ ਐਕਸਰੇ ਆਉਂਦਾ ਹੈ। ਇਸ ਤਰ੍ਹਾਂ ਫਿਰ ਅੰਦਰ ਪਰਮਾਤਮਾ ਦਿਸਣ ਲੱਗੇ ਸਭ ਦੇ ਵਿੱਚ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸਾਧਿਆਂ ਦਾ ਕਾਬੂ ਕਰ ਲੈਣਾ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ। ਸੇਵਿਆ ਮੈਨੇ ਸਿਮਰਨ ਕੀਤਾ। ਸਦਾ ਰਹਿਣ ਵਾਲਾ ਪਰਮਾਤਮਾ, ਸਦਾ ਰਹਿਣ ਵਾਲਾ ਸਾਹਿਬ ਹੈ। ਜਿਨ੍ਹਾਂ ਨੇ ਉਸਦਾ ਸਿਮਰਨ ਕੀਤਾ। ਜਿਨੀ, ਜੇ ਇੱਕ ਹੁੰਦਾ ਜਿਨੀ, ਜਿੰਨੀ ਤੁਹਾਨੂੰ ਚੀਜ਼ ਚਾਹੀਦੀ ਉਨੀ ਲੈ ਲਓ। ਇੱਕ ਹੁੰਦਾ ਜਿਨੀ, ਨੰਨੇ ਨੂੰ ਪੈਰ 'ਚ ਹਾਹਾ, ਨੰਨੇ ਨੂੰ ਬਿਹਾਰੀ। ਜਿਨੀ, ਜਿਨ੍ਹਾਂ ਨੇ, ਜਿਵੇਂ ਗੁਰਸਿੱਖੀ, ਗੁਰਸਿੱਖਾਂ ਨੇ, ਮਨਮੁਖੀ, ਮਨਮੁਖਾਂ ਨੇ। ਇਸ ਤਰ੍ਹਾਂ ਜਿਨੀ, ਜਿਨ੍ਹਾਂ ਨੇ ਸੇਵਿਆ ਭਾਵ ਸਿਮਰਨ ਕੀਤਾ। ਕਾਲ ਕੰਟਕ, ਕੰਟਕ ਹੁੰਦਾ ਦੁਖਦਾਈ। ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ। ਸਾਧਿਆ, ਕਾਬੂ ਕਰ ਲੈਣਾ।
ਭਾਵ ਉਹਨਾਂ ਨੂੰ ਮੌਤ ਤੋਂ ਡਰ ਲੱਗਣਾ ਹੀ ਹਟ ਜਾਂਦਾ ਹੈ। ਬਸ ਸਾਰੀ ਦੁਨੀਆ ਮੌਤ ਤੋਂ ਡਰਦੀ ਹੈ, ਜਿਹੜੇ ਭਗਤ ਹੁੰਦੇ ਉਹਨਾਂ ਨੂੰ ਮੌਤ ਤੋਂ ਡਰ ਲੱਗਣਾ ਹੀ ਹਟ ਜਾਂਦਾ ਹੈ। ਸੱਚ ਸੱਚਾ ਸਭ ਦੂੰ ਵੱਡਾ ਹੈ। ਦੂੰ ਦੱਦੇ ਦੀ ਟਿੱਪੀ, ਦੂੰ ਮੈਨੇ ਤੂੰ, ਇੱਕ ਦੂੰ ਜੀਵ ਬਹੁ ਲੱਖ ਹੂੰ ਹੈ। ਜੀਵ ਬਹੁ ਜੀਵ, ਇੱਕ ਦੂੰ ਜੀਵ ਬਹੁ ਲੱਖ ਹੂੰ ਹੈ। ਜੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਜੀਵੋਂ ਨਹੀਂ ਪੜ੍ਹ ਦੇਣਾ, ਜੀਵੋ, ਕਿਉਂਕਿ ਦੂੰ ਪਹਿਲਾਂ ਆ ਗਿਆ। ਜੇ ਦੂੰ ਨਾ ਹੁੰਦਾ, ਇੱਕ ਜੀਵੋਂ ਲੱਖ ਹੋਏ, ਫਿਰ ਠੀਕ ਸੀ। ਫਿਰ ਪੜ੍ਹਦੇ ਇੱਕ ਜੀਵੋਂ ਲੱਖ ਹੋਏ, ਵੀ ਇੱਕ ਜੀਵ ਤੋਂ ਲੱਖਾਂ ਹੋ ਜਾਣ। ਹੁਣ ਦੂੰ ਆ ਗਿਆ ਜਪਜੀ ਸਾਹਿਬ, ਇੱਕ ਦੂੰ ਅੱਗੇ ਫਿਰ ਜੀਵੋ ਹੈ, ਜੀਵੋ ਨਹੀਂ ਹੋ ਸਕਦਾ ਫਿਰ, ਕਿਉਂਕਿ ਦੂੰ ਪਹਿਲਾਂ ਹੀ ਆ ਗਿਆ ਹੈ। ਸੋ ਤਾਂ ਗੁਰੂ ਮਹਾਰਾਜ ਗਿਆ, ਸੱਚ ਸੱਚਾ ਸਭ ਦੂੰ ਵੱਡਾ ਹੈ। ਪਰਮਾਤਮਾ ਸਭ ਤੋਂ ਵੱਡਾ ਹੈ। ਸੱਚ ਸੇਵਨ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਸੱਚ ਰਲਾਦੇ ਆ, ਉਹ ਪਰਮਾਤਮਾ ਦੇ ਵਿੱਚ ਹੀ ਰਲ ਜਾਂਦੇ ਹਨ, ਉਹਦੇ ਵਿੱਚ ਹੀ ਮਿਲ ਜਾਂਦੇ ਹਨ। ਜਲ ਕਾ ਜਲ ਹੁਆ ਰਾਮ। ਸੱਚ ਸੱਚੇ ਨੂੰ ਸ਼ਾਬਾਸ਼ ਹੈ। ਸੱਚ ਸੱਚਾ ਸੇਬ ਫਲਾਦਿਆ। ਸ਼ਾਬਾਸ਼ ਦੇਣਾ ਵਡਿਆਈ ਕਰਨੀ ਹੁੰਦੀ। ਆਪਾਂ ਕਿਸੇ ਨੂੰ ਸ਼ਾਬਾਸ਼ ਦਿੰਦੇ ਹਾਂ, ਉਹਦਾ ਕੋਈ ਕੰਮ ਵੇਖ ਕੇ, ਉਹਦਾ ਕੋਈ ਗੁਣ ਵੇਖ ਕੇ ਉਹਦੀ ਫਿਰ ਵਡਿਆਈ ਕਰਦੇ। ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ ਹੈ, ਸੱਚ ਸੱਚਾ ਸੇਬ ਫਲਾਦਿਆ, ਉਹ ਪਰਮਾਤਮਾ ਦਾ ਸਿਮਰਨ ਕਰਕੇ ਫਲਾਦਿਆ ਦਾ ਫਲਦਾਇਕ ਹੋ ਜਾਣਾ, ਉਹਦਾ ਜੀਵਨ ਫਲਦਾਇਕ ਹੋ ਜਾਂਦਾ ਹੈ, ਲਾਭਦਾਇਕ ਹੋ ਜਾਂਦਾ ਹੈ। ਸ਼ਲੋਕ ਮਹਿਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਭਰਮਾਏ। ਭਰਮਾਏ ਦਾ ਮਤਲਬ ਭਟਕਣਾ। ਮਨਮੁਖ ਜਿਹੜਾ ਹੈ ਵਿਅਕਤੀ, ਇਹ ਮੂਰਖ ਹੈ। ਮੁਗਧ ਮੂਰਖ ਨੂੰ ਕਹਿੰਦੇ। ਉਹ ਨਾਮਹੀਨ ਹੈ, ਇਸ ਲਈ ਭਟਕਦਾ ਰਹਿੰਦਾ ਹੈ, ਇਸ ਲਈ ਭਟਕਦਾ ਰਹਿੰਦਾ। ਜ਼ਿੰਦਗੀ ਦੇ ਵਿੱਚ ਰੁਝੇਵਾਂ ਬਹੁਤ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਨੂੰ ਕੋਈ ਰੁਝੇਵਾਂ ਨਹੀਂ, ਮੈਂ ਦੇਖਿਆ ਬਹੁਤ ਛੇਤੀ ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਉਹਨਾਂ ਦਾ ਮਨ ਭਟਕਦਾ ਰਹਿੰਦਾ ਹੈ ਕਿ ਵਿਹਲੇ ਨੇ ਉਹ। ਰੁਝੇਵਾਂ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਮੈਂ ਵੱਡਿਆਂ ਡਿਪਰੈਸ਼ਨ 'ਚ ਜਾਂਦੇ ਦੇਖਿਆ ਹੈ। ਖਾਸ ਕਰਕੇ ਰਿਟਾਇਰ ਜਦੋਂ ਬੰਦਾ ਹੋ ਜਾਂਦਾ, ਅਗਰ ਉਹਦਾ ਕੋਈ ਰੁਝੇਵਾਂ ਹੀ ਨਹੀਂ, ਉਹ ਤਾਂ ਛੇਤੀ ਬਸ ਸਤਿ ਸ੍ਰੀ ਅਕਾਲ ਹੋ ਜਾਣੀ ਉਹਦੀ। ਆਪਣੇ ਆਪ ਨੂੰ ਰੁੱਝੇ ਰੱਖਣਾ ਹੈ, ਪਹਿਲਾਂ ਹੀ ਸੋਚ ਕੇ ਰੱਖਣਾ ਕਿ ਮੈਂ ਰਿਟਾਇਰ ਹੋਣ ਤੋਂ ਬਾਅਦ ਕੀ ਕਰਨਾ, ਆਪਣਾ ਸਮਾਂ ਕਿਵੇਂ ਬਤੀਤ ਕਰਨਾ ਹੈ। ਮਨਮੁਖ ਨੇ, ਇਹ ਮੂਰਖ ਹਨ, ਇਹ ਨਾਮਹੀਨ ਨੇ, ਇਸ ਲਈ ਭਟਕਦੇ ਰਹਿੰਦੇ ਹਨ। ਬਿਨ ਗੁਰ ਮਨੁਆ ਨਾ ਟਿਕੈ। ਗੁਰੂ ਤੋਂ ਬਿਨਾਂ ਮਨ ਟਿਕਦਾ ਹੀ ਨਹੀਂ ਹੈ, ਕਿਉਂਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਦੀ ਕਿਰਪਾ ਹੋਏਗੀ ਤਾਂ ਮਨ ਟਿਕੇਗਾ, ਮਨ ਟਿਕੇਗਾ ਤਾਂ ਸ਼ਾਂਤੀ ਮਿਲੇਗੀ। ਮਨ ਟਿਕਦਿਆਂ ਨਹੀਂ ਹੈ, ਇਸ ਲਈ ਬੰਦਾ ਅਸ਼ਾਂਤ ਰਹਿੰਦਾ ਹੈ, ਉਹ ਅਸ਼ਾਂਤ ਰਹਿੰਦਾ ਹੈ। ਮਨ ਟਿਕੇਗਾ ਤਾਂ ਹੀ ਸ਼ਾਂਤੀ ਮਿਲੇਗੀ। ਮਨ ਹੁਣ ਟਿਕਦਾ ਨਹੀਂ ਹੈ, ਫਿਰ ਜੂਨੀ ਪਾਏ, ਫਿਰ ਵਾਰੀ ਜੂਨੀਆਂ 'ਚ ਆਉਂਦਾ, ਕਦੇ ਕਿਸੇ ਜੂਨੇ 'ਚ, ਕਦੇ ਕਿਸੇ ਜੂਨੇ 'ਚ, ਕਿਉਂ ਨਾਮ ਜਪਿਆ ਨਹੀਂ, ਇਸ ਲਈ ਨਖਿੱਧ ਜੂਨੀਆਂ 'ਚ ਚਲੇ ਜਾਂਦਾ। ਹਰ ਪ੍ਰਭ ਆਪ ਦਿਆਲ ਹੋਏ। ਜੇ ਪਰਮਾਤਮਾ ਆਪ ਦਿਆਲੂ ਹੋ ਜਾਵੇ, ਹੋਏ, ਇਹਨੂੰ ਹੋਏ ਨਹੀਂ ਪੜ੍ਹ ਦੇਣਾ। ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ। ਜੇ ਪਰਮਾਤਮਾ ਆਪ ਦਿਆਲੂ ਹੋ ਜੇ ਤਾਂ ਹੀ ਗੁਰੂ ਆ ਕੇ ਮਿਲਦਾ, ਤੇ ਗੁਰੂ ਨਹੀਂ ਮਿਲਦਾ। ਪਰਮਾਤਮਾ ਦਿਆਲੂ ਹੁੰਦਾ ਹੈ। ਉਹ ਕਿਉਂ ਦਿਆਲੂ ਹੁੰਦਾ? ਤੁਹਾਡੇ 'ਤੇ ਦਿਆਲੂ ਹੈ, ਦੂਜਿਆਂ 'ਤੇ ਕਿਉਂ ਨਹੀਂ ਹੈ ਜੀ?
ਤੁਸੀਂ ਪਿਛਲੇ ਜਨਮ ਦੇ ਵਿੱਚ ਐਸਾ ਸ਼ੁਭ ਕਰਮ ਕੀਤਾ ਜਿਹਦਾ ਪਰਮਾਤਮਾ ਨੇ ਤੁਹਾਨੂੰ ਫਲ ਸਤ ਸੰਗਤ ਦਿੱਤੀ ਹੈ। ਤੁਹਾਡਾ ਪਰਮਾਤਮਾ ਨੇ ਗੁਰੂ ਨਾਲ ਮੇਲ ਕਰਾਤਾ। ਅੱਗੇ ਫਿਰ ਜਿੰਨਾ ਤੁਸੀਂ ਗੁਰੂ ਦੀ ਗੱਲ ਮੰਨੀ ਜਾਓਗੇ ਉਨੀ ਪ੍ਰਾਪਤੀ ਹੁੰਦੀ ਜਾਵੇਗੀ। ਜ਼ਿੰਦਗੀ ਮੰਨਣ ਨਾਲ ਬਦਲਦੀ ਹੈ। ਪਾਠ ਤਾਂ ਸ਼ਾਇਦ ਚੋਰ ਵੀ ਕਰਦਾ ਹੋਏਗਾ, ਚੋਰ ਵੀ ਕਰਦਾ ਹੋਏਗਾ। ਪਾਠ ਤੇ ਰਿਸ਼ਵਤਖੋਰ ਵੀ ਕਰਦੇ ਨੇ ਜੀ। ਪਾਠ ਤੇ ਸ਼ਰਾਬ ਪੀਣ ਵਾਲੇ ਵੀ ਕਰਦੇ ਨੇ। ਪਾਠ ਤੇ ਮਿਲਾਵਟ ਵਾਲੇ ਵੀ ਕਰਦੇ ਨੇ। ਪਰ ਉਹਨਾਂ ਦੀ ਪਾਠ ਕਰਨ ਨਾਲ ਕੰਮ ਤੇ ਹੋ ਜਾਣਗੇ, ਪਰ ਜ਼ਿੰਦਗੀ ਨਹੀਂ ਬਦਲਦੀ। ਜ਼ਿੰਦਗੀ ਬਦਲਦੀ ਹੈ ਮੰਨਣ ਨਾਲ। ਗੁਰੂ ਦੀ ਗੱਲ ਮੰਨਣ ਨਾਲ ਜ਼ਿੰਦਗੀ ਬਦਲਦੀ ਹੈ। ਅਤੇ ਜੇ ਪੜ੍ਹੀ ਗਏ ਅਤੇ ਜ਼ਿੰਦਗੀ ਹੀ ਨਾ ਬਦਲੀ, ਉੱਥੇ ਦੇ ਉੱਥੇ ਹੀ ਰਹਿ ਗਏ, ਤਾਂ ਫਿਰ ਗੱਲ ਤਾਂ ਕੋਈ ਬਣਨੀ ਨਹੀਂ ਹੈਗੀ। ਜ਼ਿੰਦਗੀ ਬਦਲੇਗੀ ਤਾਂ ਹੀ ਹੈ ਨਾ, ਤਾਂ ਹੀ ਬੈਡ ਅਤੇ ਗੁੱਡ ਲੱਕ ਹੋਏਗੀ। ਇਸ ਲਈ ਬਾਣੀ ਪੜ੍ਹਨੀ ਹੈ, ਫਿਰ ਉਸ ਨੂੰ ਸਮਝਣਾ ਹੈ। ਫਿਰ ਜਿਹੜੀ ਗੱਲ ਸਮਝ ਆ ਜੇ ਉਹ ਮੰਨਣੀ ਹੈ, ਅਤੇ ਜੋ ਮੰਨਣੀ ਸ਼ੁਰੂ ਕਰ ਦੇਣੇ ਬਾਣੀ ਸਮਝ ਵੀ ਆਉਣੀਆਂ ਸ਼ੁਰੂ ਹੋ ਜਾਏਗੀ। ਕਿਉਂ? ਫਿਰ ਗੁਰੂ ਨੇ ਕਿਰਪਾ ਕਰ ਦੇਣੀ, ਮੈਨੂੰ ਆਹ ਲਾਈਨ ਸਮਝ ਆਈ ਸੀ, ਇਹਨੇ ਮੰਨ ਲਈ, ਅਗਲੀ ਵੀ ਤੁਹਾਨੂੰ ਸਮਝਾ ਦੇਗਾ। ਸੋਚ ਬਦਲਦੀ ਜਾਂਦੀ ਹੈ ਬੰਦੇ ਦੀ। ਸੋ ਜਿਸ 'ਤੇ ਪਰਮਾਤਮਾ ਆਪ ਦਿਆਲੂ ਹੁੰਦਾ ਹੈ ਤਾਂ ਸਤਿਗੁਰ ਮਿਲਿਆ ਹੈ, ਤਾਂ ਗੁਰੂ ਮਿਲਦਾ ਹੈ ਉਸ ਨੂੰ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁੱਖ ਜਾਏ। ਗੁਰੂ ਮਹਾਰਾਜ ਕਹਿੰਦੇ, ਹੇ ਭਾਈ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰ, ਨਾਮ ਦੀ ਸਲਾਹ ਕਰ, ਸਿਫਤ ਸਲਾਹ ਕਰ। ਫਿਰ ਕੀ ਹੋਏਗਾ? ਜਨਮ ਮਰਨ ਦੁੱਖ ਜਾਏ। ਜੰਮਣ ਮਰਨ ਦਾ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਏਗਾ। ਜੰਮਣ ਮਰਨ ਦਾ ਜਿਹੜਾ ਦੁੱਖ ਹੈ, ਜਨਮ ਤੋਂ ਲੈ ਕੇ ਮਰਨ ਤੱਕ ਜੋ ਦੁੱਖ ਹੈ, ਕਦੇ ਉਹ ਖਤਮ ਹੋ ਜਾਏ। ਨਾ ਜਨਮ ਹੋਏਗਾ, ਫਿਰ ਨਾ ਮੌਤ ਹੋਏਗੀ। ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਹਰ ਵਿਅਕਤੀ ਦੇ ਹਿੱਸੇ ਦੁੱਖ ਸੁੱਖ ਆਉਣੇ ਹੀ ਆਉਣੇ ਨੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾਂ ਜਾਏ ਮਨੁੱਖ। ਦੁੱਖ ਅਤੇ ਸੁੱਖ ਪਰਮਾਤਮਾ ਦੇ ਦਰ ਤੋਂ ਸਭ ਨੂੰ ਮਿਲਦੇ ਹਨ। ਕਿਸੇ ਨੂੰ ਘੱਟ, ਕਿਸੇ ਨੂੰ ਵੱਧ, ਬਸ ਇੰਨਾ ਹੀ ਫਰਕ ਹੈ। ਜੇ ਜਨਮ ਹੀ ਨਹੀਂ ਅਤੇ ਫਿਰ ਮਰਨ ਵੀ ਨਹੀਂ, ਅਤੇ ਨਾ ਜਨਮ ਅਤੇ ਨਾ ਮਰਨ, ਅਤੇ ਨਾ ਵਿੱਚ ਜਿਹੜੇ ਦੁੱਖ ਭੋਗਣ, ਉਹ ਨਿਬੜਿਆ ਕੰਮ। ਮਹਿਲਾ ਚੌਥਾ। ਗੁਰ ਸਾਲਾਹੀ ਆਪਣਾ, ਬਹੁ ਵਿਧ ਰੰਗ ਸੁਭਾਏ। ਬਹੁ ਵਿਧ ਅਨੇਕਾਂ ਤਰੀਕਿਆਂ ਨਾਲ, ਰੰਗ ਸੁਭਾਏ ਪਿਆਰ ਨਾਲ। ਮੈਂ ਆਪਣੇ ਗੁਰੂ ਨੂੰ ਪਿਆਰ ਨਾਲ ਉਹਦੀ ਸਿਫਤ ਸਲਾਹ ਕਰਦਾ। ਗੁਰੂ ਦੀ ਮੈਂ ਗੁਰੂ ਨੂੰ ਕਈ ਤਰੀਕਿਆਂ ਨਾਲ ਅਤੇ ਪਿਆਰ ਨਾਲ ਕਹਿੰਦਾ ਮੈਂ ਸਿਫਤ ਸਲਾਹ ਕਰਦਾ ਹਾਂ। ਉਹਦਾ ਫਿਰ ਨਤੀਜਾ ਕੀ ਨਿਕਲਿਆ? ਸਤਿਗੁਰ ਸੇਤੀ ਮਨ ਰਤਾ। ਗੁਰੂ ਦੇ ਨਾਲ ਫਿਰ ਪਿਆਰ 'ਚ ਮਨ ਰੰਗਿਆ ਗਿਆ। ਰੱਖਿਆ ਬਣਤ ਬਣਾਏ। ਫਿਰ ਗੁਰੂ ਨੇ ਕੀ ਕੀਤਾ? ਵਧੀਆ ਬਣਤਰ ਬਣਾਤੇ, ਜੀਵਨ ਸਵਾਰਤਾ, ਜੀਵਨ ਵਧੀਆ ਬਣਾਤਾ। ਜਿਹਵਾ ਸਲਾਹੇ ਨ ਰਜੇ, ਹਰ ਪ੍ਰੀਤਮ ਚਿਤ ਲਾਏ। ਕਹਿੰਦੇ ਜੀਵ ਫਿਰ ਜੋ ਸਿਫਤ ਸਲਾਹ ਕਦੇ ਰਜਦੀ ਨਹੀਂ ਹੈ। ਹੋਰ ਕਰਾਂ, ਹੋਰ ਕਰਾਂ। ਪਰਮਾਤਮਾ ਨਾਲ ਦਾ ਚਿੱਤਲ ਜੁੜ ਜਾਂਦਾ ਹੈ ਹੌਲੀ ਹੌਲੀ। ਨਾਨਕ ਨਾਵੇਂ ਕੀ ਮਨ ਭੁੱਖ ਹੈ, ਮਨ ਤ੍ਰਿਪਤੈ ਹਰ ਰਸ ਖਾਏ। ਮਨ 'ਚ ਨਾਮ ਦੀ ਭੁੱਖ ਹੈ। ਹੁਣ ਮਨ ਰੱਜੇ ਕਿਵੇਂ? ਮਨ ਤ੍ਰਿਪਤੈ, ਮਨ ਰਾਜਦਾ ਹੈ ਹਰ ਰਸ ਖਾਏ। ਨਾਮ ਰਸ ਨੂੰ ਚੱਖ ਕੇ, ਇਸ ਨਾਮ ਰਸ ਨੂੰ ਖਾ ਕੇ, ਨਾਮ ਰਸ ਨੂੰ ਚੱਖ ਕੇ ਫਿਰ ਮਨ ਰੱਜ ਜਾਂਦਾ ਹੈ।
ਮਨ ਹੀ ਰਜਾਉਣਾ, ਮਨ ਹੀ ਭੁੱਖਾ ਹੈ। ਸਰੀਰ ਤਾਂ ਆਪਾਂ ਰਜਾ ਲੈਂਦੇ ਹਾਂ, ਗਰੀਬ ਵੀ ਆਪਣੇ ਸਰੀਰ ਨੂੰ ਰਜਾ ਲੈਂਦਾ ਅਤੇ ਅਮੀਰ ਵੀ ਰਜਾ ਲੈਂਦਾ, ਮਨ ਨਹੀਂ ਰਜਿਆ ਕਰਦਾ। ਜਿੰਨੇ ਤੁਹਾਡੇ ਕੋਲ ਮਾਇਆ ਜ਼ਿਆਦਾ ਹੋਏਗੀ, ਓਨੀ ਮਾਇਆ ਦੀ ਹਵਸ ਵੱਧਦੀ ਜਾਏਗੀ, ਘਟੇਗੀ ਨਹੀਂ ਹੈਗੀ, ਇਹ ਵੱਧਦੀ ਜਾਂਦੀ ਹੈ। ਜੋ ਬੰਦਾ ਗਰੀਬ ਹੁੰਦਾ ਕਹਿੰਦਾ ਮੇਰੇ ਕੋਲ ਲੱਖ ਹੋਵੇ ਬਸ ਮੌਜਾਂ ਹੀ ਮੌਜਾਂ, ਜੋ ਲੱਖ ਹੋ ਜਾਂਦਾ ਤਾਂ ਕੁਛ ਵੀ ਨਹੀਂ ਲੱਗਦਾ, ਉਹ ਹਫ਼ਤੇ ਕੁ ਸਾਰਾ ਖਰਚ ਹੋ ਜਾਂਦਾ ਹੈ। ਕਿਉਂਕਿ ਜਿਉਂ ਜਿਉਂ ਤੁਸੀਂ ਅਮੀਰ ਹੋ ਗਏ ਤਿਉਂ ਤਿਉਂ ਤੁਹਾਡਾ ਸਟੈਂਡਰਡ ਵੀ ਹਾਈ ਹੋਵੇਗਾ। ਗਰੀਬ ਹੋ ਝੌਂਪੜੀ 'ਚ ਰਹਿ ਰਹੇ ਹੋ, ਅਮੀਰ ਹੋ ਗਏ ਕੱਚਾ ਕੁੱਲਾ ਪਾਲੋਗੇ, ਹੋਰ ਅਮੀਰ ਹੋ ਗਏ ਪੱਕਾ ਪਾਲੋਗੇ, ਹੋਰ ਅਮੀਰ ਹੋ ਜਾਓਗੇ ਪੱਕਾ ਫਰਸ਼ ਕਰ ਲਓਗੇ, ਹੋਰ ਅਮੀਰ ਹੋ ਜਾਓਗੇ ਟੈਲਾਂ ਲਾ ਲਓਗੇ, ਹੋਰ ਅਮੀਰ ਹੋ ਜਾਓਗੇ ਅੰਦਰੋਂ ਸਜਾਵਟ ਕਰਨ 'ਤੇ ਲੱਗ ਜਾਓਗੇ, ਹੋਰ ਅਮੀਰ ਹੋ ਜਾਓਗੇ ਇਹ ਤਾਂ ਘਰ ਛੋਟਾ ਵੇਚੋ ਉਹ ਵੱਡੀ ਸਾਰੀ ਕੋਠੀ ਪਾਉਣੇ, ਹੋਰ ਅਮੀਰ ਹੋ ਗਏ ਕਾਰ ਤਾਂ ਛੋਟੀ ਹੈ ਵੱਡੀ ਲਈ 25 ਲੱਖ ਦੀ, ਹੋਰ ਅਮੀਰ ਹੋ ਗਏ ਉਹ 25 ਲੱਖ ਦੀ ਕਾਰ ਤਾਂ ਸਾਰਿਆਂ ਕੋਲ ਹੀ ਹੈ, ਕਰੋੜ ਵਾਲੀ ਲੈਣੇ, ਹੋਰ ਅਮੀਰ ਹੋ ਗਏ ਉਹ ਯਾਰ ਆਹ ਤਾਂ 2 ਕਰੋੜ ਦੀ ਕਾਰ ਲਈ ਫਿਰਦਾ ਹੈ, 2 ਕਰੋੜ ਦੀ ਲਓ, ਬਸ ਐਂ ਚੱਲੀ ਜਾਂਦਾ। ਇਸ ਲਈ ਮਨ ਨਹੀਂ ਰੱਜਿਆ ਕਰਦਾ, ਮਨ ਤਾਂ ਸਿਰਫ ਸਿਮਰਨ ਕਰ ਕਰਕੇ ਹੀ ਰੱਜਦਾ ਹੈ। ਕਿਉਂਕਿ ਸਿਮਰਨ ਕਰਨਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਬਸ ਤ੍ਰਿਸ਼ਨਾ ਹੀ ਖਤਮ ਹੋ ਗਈ। ਬਸ ਜੇ ਮਨ ਨੂੰ ਸਮਝਾਉਣਾ ਹੋਵੇ ਨਾ ਫਿਰ ਗਰੀਬਾਂ ਵੱਲ ਵੇਖੀਦਾ, ਆਪਣੇ ਤੋਂ ਗਰੀਬ ਵੱਲ ਵੇਖੋ, ਫਿਰ ਤੁਹਾਨੂੰ ਕਿਹਾ ਦਾਤੇ ਦੀ ਬੜੀ ਕਿਰਪਾ ਯਾਰ, ਆਹ ਤਾਂ ਵਿਚਾਰੇ ਝੌਂਪੜੀਆਂ 'ਚ ਰਹਿੰਦੇ ਨੇ, ਮੇਰੇ ਤਾਂ ਘਰ ਪੱਕਾ ਹੈ, ਘਰ ਪੱਕੇ ਦੇ ਝੌਂਪੜੀ 'ਚ ਰਹਿੰਦੇ ਨੇ। ਉਹ ਵੀ ਸਮਾਂ ਸੀ, ਮਾਨ ਸਾਹਿਬ ਨੇ ਦੇਖਿਆ ਹੋਣਾ, ਮੀਂਹ ਪੈਣਾ ਉੱਤੋਂ ਛੱਤ ਕਿਤੇ ਨਾ ਕਿਤੇ ਚੋਣ ਲੱਗ ਜਾਣੀ, ਚੜ੍ਹੋ ਜੀ ਉੱਪਰ, ਰਾਤ ਕਣੀਆਂ ਪੈਂਦੇ ਹੋਏ ਉੱਪਰ ਚੜ੍ਹਨਾ, ਕਿਤੇ ਜਿੱਥੇ ਚੋਰੇ ਉੱਤੇ ਲਾਓ ਜੀ ਮਿੱਟੀ। ਫਿਰ ਕੋਈ ਸਹੂਲਤਾਂ ਨਹੀਂ ਬਿਜਲੀ ਦੀਆਂ, ਕੋਈ ਪੱਖੇ ਦੀਆਂ ਕੋਈ ਨਹੀਂ ਸਨ, ਛੱਤ 'ਤੇ ਸੌਣਾ, 2.5 ਕੁ ਕਣੀਆਂ ਆ ਜਾਣੀਆਂ, ਹੇਠਾਂ ਨੂੰ ਬੋਰੇ ਬਿਸਤਰਾ ਚੱਕ ਕੇ ਲਿਆਓ, ਜਦ ਨੂੰ ਹੇਠਾਂ ਆਉਣਾ ਉਹਨੇ ਚਿਰ ਕਣੀਆਂ ਬੰਦ ਹੋ ਜਾਣੀਆਂ, ਸਗੋਂ ਗੁੰਮ ਲੱਗਣਾ, ਫਿਰ ਉੱਪਰ ਜਾਓ ਜੀ, ਕਈ ਵਾਰੀ ਐਂ ਸਾਰੀ ਰਾਤ ਲੰਘ ਜਾਂਦੀ ਹੁੰਦੀ। ਤਾਂ ਮੈਂ ਕਹਿੰਦਾ ਨਾ ਬਈ ਜਿਹੜੇ ਤੁਸੀਂ ਛੋਟੇ ਹੋ ਨਾ, ਤੁਸੀਂ ਤਾਂ ਪੈਦੇ ਸਵਰਗ 'ਚ ਹੋਏ ਹੋ, ਇਸ ਲਈ ਤੁਹਾਨੂੰ ਸਵਰਗ ਦਾ ਆਨੰਦ ਨਹੀਂ ਆ ਰਿਹਾ ਹੈ। ਅਸੀਂ ਨਰਕ 'ਚ ਪੈਦਾ ਹੋਏ ਸੀ, ਹੁਣ ਸਵਰਗ 'ਚ ਹਾਂ, ਸਾਨੂੰ ਬੜਾ ਇਸ ਸਵਰਗ ਦਾ ਆਨੰਦ ਆ ਰਿਹਾ ਕਿਉਂਕਿ ਅਸੀਂ ਨਰਕ ਵੇਖ ਲਿਆ ਹੈ। ਤੁਸੀਂ ਤਾਂ ਸਵਰਗ 'ਚ ਹੀ ਪੈਦਾ ਹੋਏ, ਤੁਹਾਨੂੰ ਪਤਾ ਹੀ ਨਹੀਂ ਹੈ, ਤੁਹਾਨੂੰ ਇਸ ਸਵਰਗ ਦੀ ਕੀਮਤ ਦਾ ਹੀ ਨਹੀਂ ਪਤਾ ਹੈ। ਜਿਹੜਾ ਪੈਦੇ ਪਰੌਂਠੇ ਖਾਂਦੇ ਹੋਇਆ ਉਹਨੂੰ ਕੀ ਪਤਾ ਸੁੱਕੀ ਰੋਟੀ ਕੀ ਹੁੰਦੀ ਹੈ। ਜਿਹੜਾ ਸੁੱਕੀ ਰੋਟੀ ਖਾਂਦਾ ਰਿਹਾ ਕਈ ਸਾਲ, ਜਦੋਂ ਫਿਰ ਪਰੌਂਠਾ ਮਿਲਦਾ ਫਿਰ ਉਹਨੂੰ ਪਤਾ ਲੱਗਦਾ ਹਾਂ ਪਰੌਂਠੇ ਦਾ ਕਿਆ ਆਨੰਦ ਹੈ। ਇਹ ਸਾਡੀ ਗੁੱਡ ਲੱਕ ਸਮਝੋ ਚਾਹੇ ਬੈਡ ਲੱਕ ਸਮਝ ਲਓ, ਅਸੀਂ ਦੋਨੋਂ ਵੇਖੇ ਹੋਏ ਨੇ। ਅੱਜ ਦੇ ਨਾਪ ਤੋਲ ਅਨੁਸਾਰ ਉਹ ਨਰਕ ਹੀ ਸੀ। ਇਹ ਤਾਂ ਬਿਜਲੀ ਆਈ, ਕੁਛ ਅਮੀਰ ਹੋਏ, ਨੌਕਰੀਆਂ ਹੋ ਗਈਆਂ, ਪੈਸਾ ਕੋਲ ਹੋ ਗਿਆ, ਪੈਸੇ ਨੇ ਫਿਰ ਇਹ ਜੀਵਨ ਸਵਰਗ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ ਜਿਹੜੇ ਕਹਿੰਦੇ ਨੇ ਸਵਰਗ ਕਾਇਮ ਰਹੇ, ਉਹ ਫਿਰ ਨਾਲ ਨਾਮ ਜਪਦੇ ਰਹਿੰਦੇ ਨੇ, ਬਾਣੀ ਪੜ੍ਹਦੇ, ਤਾਂ ਜੋ ਉਹਨਾਂ ਦਾ ਸਵਰਗ ਦਾ ਸਮਾਂ ਲੰਮਾ ਹੋ ਜਾਏ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਇਹ ਮਨ ਦੀ ਭੁੱਖ ਤਾਂ ਲਵੇਗੀ, ਨਾਮ ਨਾ ਲਏਗੀ। ਨਾਨਕ ਨਾਮ ਹੈ ਕਿ ਮਨ ਭੁੱਖ ਹੈ, ਮਨ ਤ੍ਰਿਪਤ ਹੈ ਹਰ ਰਸ ਖਾਏ। ਇਹ ਨਾਮ ਰਸ ਚੱਖ ਕੇ ਤ੍ਰਿਪਤ ਹੁੰਦਾ ਹੈ। ਪੌੜੇ ਸੱਚ ਸੱਚਾ ਕੁਦਰਤ ਜਾਣੀਏ, ਦਿਨ ਰਾਤੀ ਜਿਨ ਬਣਾਈਆਂ। ਬਣਾਈਆਂ ਹੁਣ ਕਰਕੇ ਰਾਤੀ, ਤਤਨ ਬਿਹਾਰੀ ਬਿੰਦੀ। ਸੱਚ ਸੱਚਾ ਕੁਦਰਤ ਜਾਣੀ, ਪਰਮਾਤਮਾ ਆਪਣੀ ਕੁਦਰਤ ਰਾਹੀਂ ਜਾਣਿਆ ਜਾਂਦਾ ਹੈ। ਕੁਦਰਤ ਦਿਸੈ, ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ, ਜੋ ਵੀ ਹੁੰਦਾ ਕੁਦਰਤ ਦੇ ਵਿੱਚ ਹੀ।
ਪਰਮਾਤਮਾ ਆਪਣੀ ਕੁਦਰਤ ਰਾਹੀਂ ਜਾਣਿਆ ਜਾਂਦਾ ਹੈ, ਜਿਸ ਪਰਮਾਤਮਾ ਨੇ ਦਿਨ ਅਤੇ ਰਾਤ ਬਣਾਈ ਹੈ। ਉਹਨੇ ਦਿਨ ਰਾਤਾਂ ਬਣਾਈਆਂ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਇਸ ਲਈ ਮੈਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹਾਂ, ਕਿਉਂਕਿ ਪਰਮਾਤਮਾ ਦੀ ਵਡਿਆਈਆਂ ਹੀ ਇੰਨੀਆਂ ਜ਼ਿਆਦਾ ਹਨ। ਉਹਦੀਆਂ ਵਡਿਆਈਆਂ ਵੀ ਸਦਾ ਰਹਿਣ ਵਾਲੀਆਂ ਹਨ। ਸਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿੰਨੇ ਨਾ ਪਾਈਆ। ਕੀਮਤ ਇੱਕ ਵਚਨ ਹੁੰਦਾ। ਅਰ ਕਹਿਣ ਜੀ ਇਸ ਕਿਤਾਬ ਦੀ ਕਿੰਨੀ ਕੀਮਤ ਹੈ। ਉਹ ਪਰਮਾਤਮਾ ਸਲਾਹ ਜੋ ਸਲਾਹੁਣ ਯੋਗ ਹੈ, ਸਲਾਹੀ ਉਹਦੀ ਸਿਫਤ ਸਲਾਹ ਕਰਕੇ ਕੋਈ ਉਹਦੀ ਕੀਮਤ ਨਹੀਂ ਪਾ ਸਕਿਆ, ਕਿਉਂਕਿ ਅਸੀਂ ਸਾਰੇ ਦਾ ਸਾਰਾ ਪਰਮਾਤਮਾ ਨਹੀਂ ਜਾਣ ਸਕਦੇ। ਜਿੰਨਾ ਪਰਮਾਤਮਾ ਆਪਣੇ ਆਪ ਨੂੰ ਜਣਾਉਂਦਾ ਹੈ, ਸਿਰਫ ਅਸੀਂ ਓਨਾ ਹੀ ਉਸ ਨੂੰ ਜਾਣ ਸਕਦੇ ਹਾਂ। ਉਹ ਆਪ ਹੀ ਸਾਨੂੰ ਜਣਾਉਂਦਾ, ਜਿੰਨਾ ਕੁ ਜਣਾਉਂਦਾ ਹੈ। ਜੇ ਗੁਰੂ ਨਾਨਕ ਦੇਵ ਨੇ ਪੁੱਛਿਆ ਵੀ ਤੁਸੀਂ ਲੱਖ ਆਕਾਸ਼ ਲੱਖ ਪਤਾਲ ਕਹਿੰਦੇ ਹੋ, ਮੁਹੰਮਦ ਸਾਹਿਬ ਈਸਾ ਮਸੀਹ ਸੱਤ ਆਕਾਸ਼ ਸੱਤ ਪਤਾਲ ਕਹਿੰਦੇ ਨੇ। ਕਹਿੰਦੇ ਵੀ ਪਰਮਾਤਮਾ ਉਹਨਾਂ ਨੇ ਸੱਤ ਆਕਾਸ਼ ਅਤੇ ਸੱਤ ਪਤਾਲ ਵਿਖਾਏ, ਉਹਨਾਂ ਨੇ ਸੱਤ ਆਕਾਸ਼ ਅਤੇ ਸੱਤ ਪਤਾਲ ਕਹਿੰਦੇ। ਸਾਨੂੰ ਪਰਮਾਤਮਾ ਲੱਖਾਂ ਵਿਖਾਏ ਨੇ, ਅਸੀਂ ਲੱਖਾਂ ਕਹਿੰਦੇ। ਉਹ ਗਲਤ ਨਹੀਂ ਸਨ, ਉਹਨਾਂ ਨੂੰ ਪਰਮਾਤਮਾ ਜਣਾਇਆ ਹੀ ਉਹਨਾਂ ਬਸ, ਜਿੰਨਾ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਸੀ ਕਰਤਾ। ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਜ਼ਰੀ ਆਈਆ। ਅੱਛਾ, ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਜ਼ਰੀ ਆਈਆਂ। ਜਦੋਂ ਕਹਿੰਦਾ ਪੂਰਾ ਗੁਰੂ ਮਿਲ ਪਿਆ, ਤਾਂ ਉਹਦੀਆਂ ਵਡਿਆਈਆਂ ਹਾਜ਼ਰ ਨਾਜ਼ਰ ਦਿਸਣ ਲੱਗ ਪਈਆਂ। ਹਾਜ਼ਰ ਨਾਜ਼ਰ ਵੀ ਹਾਂ ਵਾਕਈ ਸੱਚ ਸੱਚ ਗੁਰਮੁਖ ਜਿਨੀ ਸਲਾਹਿਆ, ਤਿੰਨਾਂ ਭੁੱਖਾਂ ਸਭ ਗਵਾਈਆਂ। ਜਿਨ੍ਹਾਂ ਨੇ ਗੁਰਮੁਖ ਬਣ ਕੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਸੱਚ ਗੁਰਮੁਖ ਜਿਨੀ ਸਲਾਹਿਆ, ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਤਿੰਨਾਂ ਭੁੱਖਾਂ ਸਭ ਗਵਾਈਆਂ। ਪਰਮਾਤਮਾ ਨੇ ਸਾਰੀਆਂ ਭੁੱਖਾਂ ਖਤਮ ਕਰਤੀ, ਉਹਨਾਂ ਦੀ ਸਾਰੀਆਂ ਇੱਛਾਵਾਂ ਖਤਮ ਕਰਤੀ। ਨਾ ਇੱਛਾ ਰਹੇ ਨਾ ਦੁੱਖ ਰਹੇ। ਜਿੱਥੇ ਇੱਛਾ ਹੈ ਉੱਥੇ ਦੁੱਖ ਕੁਦਰਤੀ ਗੱਲ ਹੈ। ਇੱਕ ਇੱਛਾ ਇੱਕ ਦੁੱਖ, 10 ਇੱਛਾਵਾਂ 10 ਦੁੱਖ। ਪੁਰਾਣੇ ਜ਼ਮਾਨੇ 'ਚ ਇੱਛਾਵਾਂ ਘੱਟ ਹੁੰਦੀਆਂ ਸਨ, ਇਸ ਲਈ ਲੋਕ ਘੱਟ ਦੁਖੀ ਸਨ। ਅੱਜ ਮਨੁੱਖ ਦੀਆਂ ਇੱਛਾਵਾਂ ਬਹੁਤ ਨੇ, ਪੂਰੀਆਂ ਹੁੰਦੀਆਂ ਨੇ, ਇਸ ਲਈ ਮਨੁੱਖ ਦੁਖੀ ਰਹਿੰਦਾ ਦੁਖੀ ਰਹਿੰਦਾ। ਇੱਛਾ ਹੀ ਦੁੱਖ ਦਾ ਕਾਰਨ ਹੈ। ਕੁੜੀ ਜਵਾਨ ਹੋ ਗਈ ਹੈ, ਇੱਛਾ ਇਹਦਾ ਵਿਆਹ ਹੋ ਜਾਏ, ਬਸ ਚਿੰਤਾ ਸ਼ੁਰੂ ਹੋ ਗਈ। ਜਿੰਨਾ ਚਿਰ ਵਿਆਹ ਹੋ ਨਹੀਂ ਜਾਂਦਾ ਚਿੰਤਾ ਲੱਗੀ ਰਹਿੰਦੀ ਹੈ। ਮੇਰੇ ਕੋਲ ਆਉਂਦੇ ਰਹਿੰਦੇ, ਅਜੇ ਹੋਇਆ ਨਹੀਂ ਜੀ, 40 ਦਿਨ ਪਾਠ ਕੀਤਾ ਜੀ, ਅਜੇ ਹੋਇਆ ਨਹੀਂ ਜੀ, ਮੰਗਣਾ ਜੀ, ਚਿੰਤਾ ਲੱਗੀ ਰਹਿੰਦੀ। ਵਿਆਹ ਹੋ ਗਿਆ, ਕੁਝ ਕੁ ਦਿਨ ਦੀ ਖੁਸ਼ੀ ਹੁੰਦੀ, ਫਿਰ ਚਿੰਤਾ ਸ਼ੁਰੂ ਹੋ ਜਾਂਦੀ ਹੈ। ਬੱਚਾ ਹੋਵੇ, ਚਿੰਤਾ ਲੱਗੀ ਹੋਈ ਹੈ। ਬੱਚਾ ਹੋ ਗਿਆ, ਉਹ ਕੁੜੀ ਹੋ ਗਈ, ਉੱਤੋਂ ਖੁਸ਼ੀ ਹੋਈ ਹੈ, ਉੱਤੋਂ ਝੂਠੀ ਜਿਹਨੂੰ ਕਹਿੰਦੇ। ਇੱਛਾ ਤਾਂ ਸੀ ਮੁੰਡੇ ਦੀ, ਹੋ ਗਈ ਕੁੜੀ, ਹੁਣ ਮੁੰਡਾ ਚਾਹੀਦਾ, ਫਿਰ ਚਿੰਤਾ। ਇਸ ਤਰ੍ਹਾਂ ਮਨੁੱਖ ਨੂੰ ਚਿੰਤਾ ਹੀ ਰਹਿੰਦੀ ਹੈ ਮਰਨ ਤੱਕ। ਕਿਸੇ ਨੂੰ ਕੋਈ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਮੈਂ ਤੱਤ ਸਾਰ ਕੱਢਿਆ ਕਿ ਗ੍ਰਸਥੀ ਬੰਦਾ ਕਦੇ ਸੁਖੀ ਹੋ ਹੀ ਨਹੀਂ ਸਕਦਾ। ਇਹ ਉਹਨਾਂ ਚਿਰ ਹੀ ਸੁਖੀ ਹੈ ਜਿੰਨਾ ਚਿਰ ਤੁਹਾਡੇ ਬੱਚੇ ਛੋਟੇ ਹਨ, ਬਸ।
ਇਹ +2 ਟੱਪੇ ਨਹੀਂ ਤੇ ਤੁਹਾਡੀ ਚਿੰਤਾ ਸ਼ੁਰੂ ਹੋਈ ਨਹੀਂ। ਗ੍ਰਸਤੀ ਨਹੀਂ ਸੁਖੀ ਰਹਿ ਸਕਦਾ, ਇਹਨੂੰ ਕੋਈ ਨਾ ਕੋਈ ਵਕਤ ਖੜਾ ਹੀ ਰਹਿੰਦਾ। ਛੜੇ ਸਾਰੀ ਉਮਰ ਰਹਿ ਨਹੀਂ ਹੁੰਦਾ ਹੈ। ਭਾਵੇਂ ਤੁਸੀਂ ਚਾਹੋ ਵੀ ਛੜੇ ਰਹਿਣ, ਤੁਸੀਂ ਰਹਿ ਨਹੀਂ ਸਕਦੇ। ਤੁਹਾਡੇ ਲੋਕਾਂ ਨੇ ਵਰਤਣਾ ਹੀ ਨਹੀਂ। ਤੁਸੀਂ ਕਿਸੇ ਨੂੰ ਮਿਲਣ ਜਾਵੋਗੇ, ਤੁਸੀਂ ਉਸ ਬੰਦੇ ਦੀ ਗੈਰ ਹਾਜ਼ਰੀ 'ਚ ਉਹਨਾਂ ਦੇ ਘਰ 2 ਮਿੰਟ ਨਹੀਂ ਤੁਸੀਂ ਬੈਠ ਸਕਦੇ। ਉਸ ਨੂੰ ਫਿਰ ਜਾਂ ਤਾਂ ਉਹ ਡੇਰੇ 'ਤੇ ਚਲਾ ਜਾਏ ਤਾਂ ਰਹਿ ਸਕਦਾ ਹੈ, ਨਹੀਂ ਤਾਂ ਫਿਰ ਉਹਨੂੰ ਵਿਆਹ ਕਰਾਉਣਾ ਹੀ ਪਏਗਾ, ਨਿਭੇ ਨਾ ਨਿਭੇ। ਸਿਆਣੇ ਕਹਿੰਦੇ ਨੇ ਜਾਂ ਤਾਂ ਢੋਲ ਗਲ 'ਚ ਨਹੀਂ ਪਾਈਦਾ ਹੁੰਦਾ, ਅਤੇ ਜੇ ਗਲ 'ਚ ਪਾ ਲੈਣ ਫਿਰ ਜਿੰਨਾ ਵਧੀਆ ਵੱਜਦਾ ਉਹਨੂੰ ਵਜਾਓ। ਹੁਣ ਲੈਣਾ ਤਾਂ ਹੈ ਨਹੀਂ ਉਹ, ਕਿਉਂਕਿ ਤੁਸੀਂ ਆਪ ਗਲ 'ਚ ਪਾਇਆ। ਜੇ ਤੁਹਾਡੇ ਗਲ 'ਚ ਕੋਈ ਢੋਲ ਪਾਵੇ ਤੁਸੀਂ ਲਾ ਸਕਦੇ ਹੋ, ਤੁਸੀਂ ਤਾਂ ਆਪ ਹੀ ਪਾਇਆ, ਹੁਣ ਕਿਵੇਂ ਲਾਓਗੇ? ਹੁਣ ਬੈਠ ਰਹੀ ਹੈ, ਜਿਵੇਂ ਵੱਜਦਾ ਵਜਾਓ। ਇੱਕ ਆਇਆ ਜੀ, ਕਹਿੰਦਾ ਘਰ ਵਾਲੀ ਕਿਵੇਂ ਖੁਸ਼ ਹੋ ਸਕਦੀ ਹੈ ਜੀ? ਕਹਿੰਦਾ ਸਮਝ ਨਹੀਂ ਆਉਂਦੀ, ਮੈਂ ਖੁਸ਼ ਕਰ ਰਹੀ ਹਾਂ ਕਿ ਹਾਂ। ਮੈਂ ਦੇਖ, ਉਹ ਕਹੇ ਖੜ੍ਹੇ ਹੋ ਜਾਓ 7 ਵਜੇ ਜੀ, ਖੜ੍ਹੇ ਹੋ ਜਾਓ। ਉਹ ਕਹੇ ਬਹਿ ਜਾਓ 7 ਵਜੇ, ਬਹਿ ਜਾਓ, ਬਸ ਆਨੰਦ ਹੀ ਆਨੰਦ ਹੈ। ਉਹ ਕਹਿੰਦੇ ਖੜ੍ਹੇ ਹੋ ਜਾਓ, ਤੁਸੀਂ ਕਹੇ ਮੈਂ ਤਾਂ ਬੈਠੂੰ। ਉਹ ਕਹਿੰਦੇ ਬਹਿ ਜਾ, ਤੂੰ ਕਹਿੰਦੇ ਖੜ੍ਹੇ ਹੋ ਜਾਓ, ਬਸ ਡੰਡਾ ਸੋਟਾ ਚੱਲੀ ਜਾਣਾ। ਹੱਸਣ ਲੱਗ ਗਿਆ। ਮੈਂ 1 ਹਫ਼ਤਾ ਤਜਰਬਾ ਕਰ ਲੈ, ਬਹੁਤਾ ਚ ਸਮਾਂ ਤਾਂ ਨਹੀਂ, ਚੱਲ ਮੇਰੇ 1 ਹਫ਼ਤਾ ਤਜਰਬਾ ਕਰ ਲੈ, ਤੇਰੇ ਘਰ 'ਚ ਬਿਲਕੁਲ ਸ਼ਾਂਤੀ ਹੋ ਜਾਏਗੀ। ਉਹ ਤੋਂ ਬਾਅਦ ਬੰਨੀ ਤਜਰਬਾ ਕਰਨ ਤਾਂ ਕੋਈ ਹਰਜ ਨਹੀਂ ਹੈ। ਮੈਂ ਕਰ ਲਾ, ਦੇਖ ਲੈ। ਉਹ ਕਹਿੰਦੇ ਬਾਜ਼ਾਰ ਚਲੋ ਜੀ, ਚਲੋ ਜੀ 7 ਵਜੇ ਪੀਜ਼ਾ ਖਵਾਓ ਜੀ, ਲਓ ਜੀ ਖਾਓ ਜੀ। ਆਹ ਸੂਟ ਮੈਨੂੰ ਲੈ ਦਿਓ, ਲਓ ਜੀ। ਕਹੀ ਜੋ ਕਿ 1 ਹਫ਼ਤਾ ਜਿਵੇਂ ਕਹਿੰਦੀ ਬੀਬੀ ਉਵੇਂ ਕਰ ਲਓ, ਕਿਆ ਘਰ ਇੱਕ ਵਾਰੀ ਸਵਰਗ ਬਣ ਕੇ ਰਹਿ ਜਾਏਗਾ। ਬੀਬੀ ਖੁਸ਼, ਬਸ ਆਨੰਦ ਹੀ ਆਨੰਦ ਹੈ। ਹੈ ਤੇ ਔਖਾ ਕੰਮ, ਕਿਉਂਕਿ ਬੰਦੇ 'ਚ ਹਉਮੈ ਹੁੰਦੀ ਹੈ। ਇਹ ਬੰਦੇ 'ਚ ਹਉਮੈ ਕਿਉਂ? ਮੈਂ ਕੋਈ ਨੌਕਰ ਲੱਗਾ, ਬਹਿ ਜਾ ਜੀ, ਸਿੱਟ ਸਟੈਂਡ ਕਰਾਉਂਦੇ। ਪਰ ਤਜਰਬਾ ਕਰਨ 'ਚ ਕੋਈ ਹਰਜ ਨਹੀਂ ਹੈ। ਬੇਬੀ ਦੁਖੀ ਹੈ, ਬੀਬੀ ਬੰਦੇ ਦਾ ਮੰਨ ਕੇ ਦੇਖ ਲੈ 7 ਦਿਨ, ਉਸ ਸ਼ਾਂਤੀ ਹੋ ਜਾਏਗੀ ਘਰ 'ਚ, ਹੋਰ ਕੀ ਹੈ। ਬੀਬੀ ਦੁਖੀ ਹੈ ਤਾਂ ਉਹ ਘਰ ਵਾਲੇ ਦੀ ਮੰਨਣੀ ਸ਼ੁਰੂ ਕਰ ਦੇ, ਘਰ ਵਾਲਾ ਦੁਖੀ ਹੈ ਤਾਂ ਬੀਬੀ ਦੀ ਮੰਨਣੀ ਸ਼ੁਰੂ ਕਰ ਦੇ। ਤਜਰਬਾ ਕਰਨਾ ਤੁਹਾਡਾ ਕੰਮ ਹੈ, ਸਾਡਾ ਕੰਮ ਹੈ ਸਿਰਫ ਦੱਸਣਾ। ਸੋ ਗੁਰੂ ਮਹਾਰਾਜ ਕਹਿੰਦੇ, ਗੁਰਮੁਖ ਜਿਨੀ ਸਲਾਹਿਆ ਤਿਨਾ ਭੁੱਖਾਂ ਸਭ ਗਵਾਈਆਂ। ਪਰਮਾਤਮਾ ਨੂੰ ਗੁਰਮੁਖ ਬਣ ਕੇ ਜਿਨ੍ਹਾਂ ਨੇ ਵੀ ਸਲਾਹਿਆ, ਉਹਨਾਂ ਸਭ ਪ੍ਰਕਾਰ ਦੇ ਭੁੱਖਾਂ ਖਤਮ ਹੋ ਗਏ, ਭਾਵ ਤਿਰਛਨਾਵਾਂ ਖਤਮ ਹੋ ਗਏ। ਸ਼ਲੋਕ ਮਹਿਲਾ ਚੌਥਾ। ਮੈਂ ਮਨ ਤਨ ਖੋਜ ਖੋਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਕਹਿੰਦੇ ਮੈਂ ਮਨ ਤਨ ਕਰਕੇ ਜਦ ਪਰਮਾਤਮਾ ਦੀ ਖੋਜ ਕੀਤੀ, ਮੈਂ ਜਿਹਨੂੰ ਲੋੜਦਾ ਸੀ, ਚਾਹੁੰਦਾ ਸੀ, ਲੱਦਾ, ਉਹ ਲੱਭ ਗਿਆ। ਮੈਂ ਕਈ ਵਾਰੀ ਸੋਚਦਾ ਬਈ ਸਾਇੰਸਦਾਨ ਬਣਨਾ ਸਭ ਤੋਂ ਔਖਾ ਹੈ, ਭਗਤ ਬਣਨਾ ਕੋਈ ਔਖਾ ਨਹੀਂ ਹੈ। ਸਾਇੰਸਦਾਨ ਬਣਨਾ ਸਭ, ਕਿਉਂ? ਭਗਤ ਨੂੰ ਤਾਂ ਪਤਾ ਪਰਮਾਤਮਾ ਹੈਗਾ ਅਤੇ ਫਲਾਣੀ ਥਾਂ 'ਤੇ ਹੈ ਅਤੇ ਐਂ ਮਿਲੂ। ਸਾਇੰਸਦਾਨ ਤਾਂ ਪਤਾ ਹੀ ਨਹੀਂ। ਜਿਹੜੀ ਸੰਸਾਰ 'ਚ ਚੀਜ਼ ਹੈ ਹੀ ਨਹੀਂ, ਉਹਨੇ ਉਹ ਤਾਂ ਬਣਾਉਣੀ ਹੈ, ਉਹਨੂੰ ਉਹ ਬਣਾਉਣੀ। ਹੁਣ ਮੰਨ ਲਾ ਬਲਬ ਹੀ ਲੈ ਲਓ, ਜਿਹਨੇ ਬਣਾਇਆ ਹੋਊਗਾ ਐਡੀਸਨ ਨੇ, ਪਤਾ ਨਹੀਂ ਕਿਵੇਂ ਕੀਤਾ, ਕੀ ਖਿਆਲ ਉਹਨੂੰ ਆਇਆ, ਉਹਨੂੰ ਪਤਾ ਕੀ ਖਿਆਲ ਆਇਆ, ਕਿੰਨਾ ਸਮਾਂ ਉਹ ਲੱਗਾ ਰਿਹਾ। ਹਾਂਜੀ, ਨਵੀਂ ਕਾਢ ਕੱਢਤੀ ਬਲਬ, ਆ ਲਓ ਜੀ। ਹਾਂਜੀ, ਬਿਜਲੀ ਦੀ ਕਾਢ ਜਿਹਨੇ ਕੱਢੀ, ਕਿਆ ਕਮਾਲ ਹੈ, ਜ਼ਿੰਦਗੀਆਂ ਬਦਲ ਕੇ ਰੱਖਦੀਆਂ। ਹਾਂਜੀ, ਨਵੀਂ ਚੀਜ਼ ਹੈ। ਰੱਬ ਦਾ ਤਾਂ ਪਤਾ ਹੈਗਾ, ਕਿਵੇਂ ਮਿਲੂਗਾ ਜੀ? ਸਿਮਰਨ ਕਰਕੇ ਮਿਲੇਗਾ ਜੀ, ਬਾਕੀ ਤਾਂ ਆਪਣੀ ਹਿੰਮਤ ਹੈ।
ਜੇ ਕਿਤੇ ਸਾਡਾ ਸੁਭਾਅ ਸਾਇੰਸਦਾਨ ਵਾਲਾ ਹੋ ਜੇ, ਅਸੀਂ ਸਾਰੇ ਦੇ ਸਾਰੇ ਭਗਤ ਹੋ ਸਕਦੇ ਹਾਂ। ਉਹ ਤਾਂ ਦਿਨ ਰਾਤ ਲੱਗੇ ਰਹਿੰਦੇ ਬੰਦੇ, ਦਿਨ ਰਾਤ। ਮੇਰੀ ਕਿਊਰੀ ਦਾ ਮੈਂ ਜੀਵਨ ਪੜ੍ਹ ਰਿਹਾ ਸੀ, ਉਹਨਾਂ ਰੇਡੀਅਮ ਦੀ ਕਾਢ ਕੱਢਣੀ ਸੀ। 20 ਸਾਲ ਉਹ ਲੱਗੇ ਰਹੇ ਮੀਆਂ ਬੀਬੀ, 20 ਸਾਲ ਪੱਥਰਾਂ 'ਤੇ ਚੜ੍ਹ ਕਰਦੇ। ਇੱਕ ਦਿਨ ਘਰ ਵਾਲਾ ਕਹਿੰਦਾ, ਸ਼ਾਮ ਹੋਈ ਸੀ ਰੋਟੀ ਖਾਣੀ, ਕਹਿੰਦਾ ਮੈਂ ਜਰਾ ਨਾ ਲੈਬੋਰਟਰੀ ਦੇ ਵਿੱਚ ਗੇੜਾ ਲਾ ਆਵਾਂ। ਦਰਵਾਜ਼ੇ ਦੀ ਜਿਹੜੀ ਝੀਤ ਸੀ ਨਾ, ਜਦੋਂ ਉਹਨੇ ਉਹਦੇ ਵਿੱਚੋਂ ਵੇਖਿਆ, ਅੰਦਰ ਚਾਨਣ ਹੀ ਚਾਨਣ, ਚਾਨਣ ਹੀ ਚਾਨਣ। ਉਹ ਭੱਜਿਆ ਆਇਆ ਆਪਣੇ ਘਰ, ਜੱਫੀ ਪਾ ਕੇ, ਰੇਡੀਅਮ ਲੱਭ ਗਿਆ, ਰੇਡੀਅਮ ਲੱਭ ਗਿਆ, ਰੇਡੀਅਮ ਲੱਭ ਗਿਆ। 20 ਸਾਲ ਲੱਗੇ ਰਹੇ ਇੱਕ ਨਵੀਂ ਚੀਜ਼ ਦੀ ਖੋਜ ਕਰਨ 'ਤੇ, ਜਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਰੇਡੀਅਮ ਹੈ। ਪਰ ਹੁਣ ਇੰਨੀ ਮਿਹਨਤ ਕੌਣ ਕਰੇ? ਸੋ ਜਿਹਨੇ ਸੰਤ ਮਹਾਤਮਾ ਬਣਨਾ, ਫਿਰ ਐਂ ਕਰਨੀ ਪਏ। ਜਿਵੇਂ ਸਾਇੰਸਦਾਨ ਦਿਨ ਰਾਤ ਲੱਗੇ ਰਹਿੰਦੇ ਨਾ, ਫਿਰ ਐਂ ਕਰਨੀ ਪਏਗੀ, ਤਾਂ ਜਾ ਕੇ ਪ੍ਰਾਪਤੀ ਹੁੰਦੀ ਹੈ। ਠੁੱਕੀ ਬੜੇ ਤਾਂ ਨਹੀਂ ਕੋਈ ਗੱਲ ਬਣਦੀ ਹੈਗੀ। ਸਿਰਫ ਇੰਨਾ ਹੈ ਕਿ ਉਹਨਾਂ ਦੀ ਸਾਰੀਆਂ ਲੋੜਾਂ ਸਰਕਾਰ ਪੂਰੀਆਂ ਕਰਦੀ ਹੈ। ਉਹਨਾਂ ਦੀ ਜਿੰਨੀਆਂ ਲੋੜਾਂ ਨੇ ਸਭ ਸਰਕਾਰ ਪੂਰੀਆਂ ਕਰਦੀ। ਕਹਿੰਦੇ ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਰੱਦਾ ਲੋੜ। ਕਹਿੰਦੇ ਮੈਂ ਮਨ ਅਤੇ ਤਨ ਦੀ ਖੋਜ ਕਰਦਿਆਂ ਕਰਦਿਆਂ ਪਰਮਾਤਮਾ ਨੂੰ ਲੱਭ ਲਿਆ ਜਿਹਦੀ ਮੈਨੂੰ ਲੋੜ ਸੀ। ਵਿਸਟ, ਵਿਸਟ ਹੁੰਦਾ ਵਿਚੋਲਾ। ਵਿਸਟ ਗੁਰੂ ਮੈਂ ਪਾਇਆ। ਹੁਣ ਮਿਲਾਉਣਾ ਕਿੰਨੇ ਸੀ? ਗੁਰੂ ਨੇ, ਵਿਚੋਲੇ ਨੇ। ਸਿੱਧਾ ਤਾਂ ਅਸੀਂ ਰੱਬ ਨੂੰ ਮਿਲ ਨਹੀਂ ਸਕਦੇ। ਕਹਿੰਦੇ ਮੈਨੂੰ ਵਿਚੋਲੇ ਗੁਰੂ ਦੀ ਪ੍ਰਾਪਤੀ ਹੋ ਗਈ, ਜਿਨ ਹਰ ਪ੍ਰਭ ਦਿੱਤਾ ਜੋੜ, ਜਿਹਨੇ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਆਪਾਂ ਗੁਰੂ ਵਾਲਿਆਂ ਤਾਂ ਹੀ ਆਪਾਂ ਨੂੰ ਗੁਰਮੰਤਰ ਮਿਲਿਆ ਹੈ। ਹੁਣ ਮਿਹਨਤ ਤਾਂ ਆਪਾਂ ਕਰਨੀ ਹੈ ਨਾ, ਦੂਜੇ ਨੇ ਤਾਂ ਸਾਨੂੰ ਗਾਈਡ ਕਰਨਾ ਹੁੰਦਾ, ਮਿਹਨਤ ਅਸੀਂ ਕਰਨੀ ਹੁੰਦੀ ਹੈ। ਮਹਿਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ। ਇਹਨੂੰ ਬੋਲਾ ਨਹੀਂ ਪੜ੍ਹ ਦੇਣਾ, ਬੋਲਾ। ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ। ਅੰਨ, ਨੰਨੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਜਿਹੜਾ ਮਾਇਆ ਧਾਰੀ ਹੈ, ਜਿਹਦਾ ਸਾਰਾ ਧਿਆਨ ਮਾਇਆ ਕਮਾਉਣ ਵਿੱਚ ਹੈ, ਉਹ ਅੰਨਾ ਵੀ ਹੁੰਦਾ, ਉਹ ਬੋਲਾ ਵੀ ਹੁੰਦਾ। ਆ ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ, ਉਹ ਭਾਵ ਨਹੀਂ ਹੈ। ਉਹ ਨਾ ਤੇ ਜਿਹਨੂੰ ਕਹੋ ਭਾਈ ਸਤਸੰਗ 'ਚ ਆ, ਉਹ ਆਉਂਦਾ ਹੀ ਨਹੀਂ, ਸੁਣਦੇ ਨਹੀਂ ਤੁਹਾਡੀ ਗੱਲ। ਜੇ ਕਿਤੇ ਸਤਸੰਗਤ ਹੋ ਰਹੀ ਹੈ, ਉਹਦੇ ਨੂੰ ਜਾਂਦੇ ਨਹੀਂ ਹੈ, ਦਿਸਦੇ ਨਹੀਂ ਉਹਨੂੰ, ਉਧਰ ਜਾਂਦੇ ਨਹੀਂ। ਉਹ ਅੰਨਾ ਵੀ ਹੈ, ਉਹ ਬੋਲਾ ਵੀ ਹੈ। ਸ਼ਬਦ ਨਾ ਸੁਣੀ, ਉਹ ਨਾ ਬਾਣੀ ਸੁਣਦਾ ਨਾ ਨਾਮ ਸੁਣਦਾ। ਕਿਉਂ? ਬਹੁਤ ਰੋਲ ਘਚੋਲਾ, ਉਹਦੇ ਅੰਦਰ ਮਾਇਆ ਦਾ ਬੜਾ ਰੌਲਾ ਗੋਲਾ ਹੈ। ਮਾਇਆ ਬਾਰੇ ਸੋਚਦਾ ਰਹਿੰਦਾ, ਹੋਰ ਕਿਵੇਂ ਕਮਾਵਾਂ, ਕੀ ਕਰਾਂ ਕੀ ਕਰਾਂ, ਬਸ ਇਹੀ ਰੋਲ ਘਚੋਲਾ। ਉਹ ਨਾਮ ਸੁਣਦਾ ਹੀ ਨਹੀਂ ਹੈ। ਗੁਰਮੁਖ ਜਾਪੈ ਸ਼ਬਦ ਲਿਵ ਲਾਏ। ਜਿਹੜਾ ਗੁਰਮੁਖ ਹੁੰਦਾ ਹੈ, ਉਹ ਸ਼ਬਦ ਨਾਮ ਦੇ ਨਾਲ ਲਿਵ ਲਾ ਕੇ ਫਿਰ ਨਾਮ ਜਪੈ, ਜਪਦਾ ਹੈ। ਜਿਹੜਾ ਗੁਰਮੁਖ ਹੁੰਦਾ ਨਾ, ਲਿਵ ਲਾ ਕੇ ਨਾਮ ਜਪਦਾ। ਆਪਾਂ ਆਪਣੇ ਦੇ ਲਿਵ ਹੀ ਨਹੀਂ ਲੱਗਦੀ ਹੈ, ਜਪਦੇ ਹਾਂ, ਮਨ ਕਦੇ ਕਿਤੇ ਕਦੇ ਕਿਤੇ ਫਿਰ ਜਾਂਦਾ। ਹਰ ਨਾਮ ਸੁਣ ਮੰਨੇ, ਹਰ ਨਾਮ ਸਮਾਏ। ਗੁਰਮੁਖ ਕੀ ਕਰਦਾ? ਹਰੀ ਦੇ ਨਾਮ ਨੂੰ ਸੁਣ ਕੇ ਮੰਨਦਾ ਹੈ, ਇਸ ਲਈ ਹਰ ਨਾਮ ਸਮਾਏ। ਹਰੀ ਦੇ ਨਾਮ ਵਿੱਚ ਹੀ ਉਹ ਲੀਨ ਹੋ ਜਾਂਦਾ ਹੈ। ਉਹ ਸੁਣਦਾ, ਉਹ ਬਾਣੀ ਸੁਣਦਾ, ਫਿਰ ਮੰਨਦਾ ਹੈ। ਅਗਲਾ ਕਹਿੰਦਾ ਜੀ ਨਾਮ ਜਪਣਾ ਚਾਹੀਦਾ ਹੈ।
ਮਨ ਮੰਨੇਗਾ ਤਾਂ ਜਾ ਕੇ ਗੱਲ ਬਣੇਗੀ। ਜੋ ਕਿ ਸੁਣਿਆ ਸੁਣਾਇਆ ਲੱਗ ਵੀ ਗਿਆ, ਕੁਝ ਦਿਨਾਂ ਬਾਅਦ ਛੱਡ ਦੇਗਾ, ਉਹਦਾ ਮਨ ਨਹੀਂ ਮੰਨ ਰਿਹਾ। ਆਪਾਂ ਨੂੰ ਉਸੇ ਕੰਮ 'ਚ ਕਾਮਯਾਬੀ ਮਿਲਦੀ ਹੈ ਜਿਸ ਕੰਮ 'ਚ ਸਾਡਾ ਮਨ ਮੰਨੇ। ਮਨ ਮੰਨੇ ਤੋ ਹਰ ਜਨ, ਮਨ ਦੇ ਮੰਨਣਾ ਜ਼ਰੂਰੀ ਹੈ। ਕਿਉਂਕਿ ਜਿਹੜੇ ਹਰੀ ਦੇ ਨਾਮ ਨੂੰ ਸੁਣਦੇ ਨੇ, ਮੰਨਦੇ ਨੇ, ਹਰੀ ਦੇ ਨਾਮ ਦੇ ਵਿੱਚ ਹੀ ਉਹ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਜੋ ਤਿਸ ਭਾਵੈ ਸੋ ਕਰੇ ਕਰਾਇਆ। ਜੋ ਪਰਮਾਤਮਾ ਨੂੰ ਭਾਉਂਦਾ ਹੈ ਉਹੀ ਪਰਮਾਤਮਾ ਕਰਦਾ ਹੈ ਅਤੇ ਉਹੀ ਦੂਜਿਆਂ ਤੋਂ ਕਰਵਾਉਂਦਾ ਹੈ। ਨਾਨਕ ਵਾਜਦਾ ਜੰਤ ਵਜਾਇਆ। ਜੰਤ ਉਂਝ ਯੰਤਰ ਹੁੰਦਾ, ਵਾਜਾ ਐਰਾ ਵਗੈਰਾ, ਇੱਥੇ ਜੀਵ ਤੋਂ ਭਾਵ ਹੈ। ਜੀਵ ਉਸ ਤਰ੍ਹਾਂ ਹੀ ਵੱਜਦਾ ਹੈ ਜਿਵੇਂ ਪਰਮਾਤਮਾ ਵਜਾਉਂਦਾ ਹੈ, ਭਾਵ ਜੀਵ ਉਸੇ ਤਰ੍ਹਾਂ ਕਰਦਾ ਜਿਵੇਂ ਪਰਮਾਤਮਾ ਉਸ ਤੋਂ ਕਰਵਾਉਂਦਾ ਹੈ। ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਦੇਖਣ ਨੂੰ ਐਂ ਲੱਗਦਾ ਇਹ ਫਲਾਣਾ ਬੰਦਾ ਆਪਣੀ ਮਰਜ਼ੀ ਕਰਦਾ ਹੈ, ਪਰਮਾਤਮਾ ਨੇ ਉਹਨੂੰ ਉਸੇ ਪਾਸੇ ਲਾਇਆ ਹੁੰਦਾ ਹੈ। ਜਿਤ ਜਿਤ ਲਾਵੋ ਤਿਤ ਤਿਤ ਲਗਣਾ। ਜਿਵੇਂ ਪਰਮਾਤਮਾ ਜੀਵ ਤੋਂ ਕਰਾਉਂਦਾ ਹੈ, ਇਹ ਜੀਵ ਉਵੇਂ ਹੀ ਕਰਦਾ ਹੈ। ਪੌੜੀ। ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤੈ। ਹੇ ਪਰਮਾਤਮਾ, ਤੂੰ ਕਰਤਾ ਹੈ। ਜੀਵਾਂ ਦੇ ਮਨ ਵਿੱਚ ਜੋ ਹੈ ਉਹ ਤੂੰ ਜਾਣਦਾ ਹੈ। ਪਰਮਾਤਮਾ ਜਾਣੀ ਜਾਣੇ ਨਾ, ਆਪਾਂ ਕਹਿੰਦੇ ਜੋ ਜਾਣੀ ਜਾਣਾ। ਇਹ ਵੀ ਇੱਕ ਸਿੱਧੀ ਹੈ। ਪਰਮਾਤਮਾ ਕੋਲ ਤਾਂ ਸਾਰੀਆਂ ਸਿੱਧੀਆਂ ਨੇ, ਬੰਦਿਆਂ ਕੋਲ ਆਮ ਤੌਰ 'ਤੇ ਇੱਕ ਦੋ ਸਿੱਧੀਆਂ ਹੁੰਦੀਆਂ ਹਨ। ਇਹ ਵੀ ਇੱਕ ਸਿੱਧੀ ਹੈ। ਮੰਨ ਲਓ ਤੁਸੀਂ ਬੈਠੇ ਹੋ ਗੁਰਦੁਆਰੇ ਦੇ ਵਿੱਚ, ਇੱਕ ਬੰਦਾ ਆਇਆ, ਉਹ ਖਲੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਰਿਹਾ ਮਨ 'ਚ, ਤੁਹਾਨੂੰ ਪਤਾ ਲੱਗ ਜਾਏਗਾ ਇਹ ਗੁਰੂ ਤੋਂ ਕੀ ਮੰਗ ਰਿਹਾ ਹੈ, ਕਿਉਂਕਿ ਤੁਹਾਨੂੰ ਉਹ ਸਿੱਧੀ ਪ੍ਰਾਪਤ ਹੋ ਗਈ ਹੈ। ਤੁਸੀਂ ਉਹਦੇ ਮਨ ਦੀ ਜਾਣ ਰਹੇ ਹੋ ਕਿ ਉਹ ਕੀ ਮੰਗ ਰਿਹਾ ਹੈ। ਇਸ ਲਈ ਪਰਮਾਤਮਾ ਤਾਂ ਹੀ ਕਹਿੰਦਾ ਬਿਨ ਬੋਲਿਆਂ ਸਭ ਕੁਝ ਜਾਣਦਾ। ਪਰਮਾਤਮਾ ਬਿਨਾਂ ਬੋਲਿਆਂ ਵੀ ਜਾਣਦਾ ਹੈ ਵੀ ਇਹ ਕੀ ਚਾਹੁੰਦਾ ਹੈ। ਜਿਹੜੀ ਸਾਡੀ ਇੱਛਾ ਪਰਮਾਤਮਾ ਦੀ ਨਜ਼ਰਾਂ 'ਚ ਜਾਇਜ਼ ਹੁੰਦੀ ਹੈ ਉਹ ਪੂਰੀ ਕਰ ਦਿੰਦਾ, ਬਾਕੀ ਨਹੀਂ ਕਰਦਾ। ਬਾਕੀ ਨਹੀਂ ਕਰਦਾ। ਜਿਵੇਂ ਸਾਰੇ ਹੀ ਪੁੱਤਰ ਮੰਗਦੇ ਨੇ, ਜੇ ਪਰਮਾਤਮਾ ਸਾਡੀ ਮੰਨਣ ਲੱਗ ਜਾਏ ਨਾ, ਹੁਣ ਕਦੋਂ ਦੀ ਸ੍ਰਿਸ਼ਟੀ ਖਤਮ ਵੀ ਹੋ ਗਈ ਹੁੰਦੀ। ਜੇ ਜਨਾਨੀ ਨਾ ਹੁੰਦੀ ਤਾਂ ਕਿ ਜਵਾਕ ਕਿੱਥੋਂ ਹੋਣੇ ਸਨ, ਖਤਮ ਹੋ ਜਾਂਦਾ ਕੰਮ। ਉਹ ਕਹਿੰਦੇ ਇਹ ਤਾਂ ਬੇਵਕੂਫ ਨੇ, ਉਹ ਆਪਣੀ ਮਰਜ਼ੀ ਕਰਦਾ, ਆਪਣੀ ਮਰਜ਼ੀ ਕਰਦਾ। ਸੋ ਇਸ ਲਈ ਉਹ ਸਾਰੇ ਸਾਡੀਆਂ ਨਹੀਂ ਮੰਨਦਾ ਹੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਗਣਤਾਂ ਦੀ ਚਿੰਤਾ, ਸਾਰਾ ਸੰਸਾਰ ਚਿੰਤਾ ਵਿੱਚ ਹੈ। ਹੇ ਪਰਮਾਤਮਾ, ਤੂੰ ਹੀ ਅਗਣਤ ਹੈ, ਤੂੰ ਹੀ ਚਿੰਤਾ ਰਹਿਤ ਹੈ। ਬਾਕੀ ਸਾਰਿਆਂ ਚਿੰਤਾ, ਕੋਈ ਨਾ ਕੋਈ ਫਿਕਰ ਹੈ ਨਹੀਂ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ। ਇਹ ਸਾਰੀ ਬਣਤਰ ਤੇਰੀ ਹੈ, ਸਾਰੀ ਸ੍ਰਿਸ਼ਟੀ ਤੂੰ ਹੀ ਬਣਾਈ ਹੋਈ ਹੈ। ਜੋ ਤੂੰ ਕਰਦਾ ਉਹੀ ਇਸ ਸ੍ਰਿਸ਼ਟੀ 'ਚ ਹੁੰਦਾ ਹੈ, ਵਰਤਦਾ, ਕਿਉਂਕਿ ਬਣਤਰ ਵੀ ਸਾਰੀ ਤੇਰੀ ਬਣਾਈ ਹੋਈ ਹੈ। ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤਾ। ਹੇ ਪਰਮਾਤਮਾ, ਹਰ ਇੱਕ ਸਰੀਰ ਦੇ ਵਿੱਚ ਤੂੰ ਹੀ ਵਰਤਦਾ ਹੈ। ਹਰ ਇੱਕ ਸਰੀਰ ਦੇ ਵਿੱਚ ਤੂੰ ਹੀ ਵਰਤ ਰਿਹਾ ਹੈ। ਸੱਚ ਸਾਹਿਬ ਚਲਤਾ। ਚਲਤਾ ਹੁੰਦਾ ਕੌਤਕ। ਹੇ ਪਰਮਾਤਮਾ, ਸਾਰਾ ਕੌਤਕ ਤੇਰਾ ਹੀ ਹੈ। ਤੂੰ ਹੀ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾ ਹੀ ਕਿਸੇ ਪਰਤੈ। ਜਿਹੜਾ ਗੁਰੂ ਨੂੰ ਮਿਲਦਾ ਹੈ ਉਹੀ ਹਰੀ ਨੂੰ ਮਿਲਦਾ ਹੈ। ਹੋਰ ਕਿਸੇ ਰਾਹੀਂ ਪਰਤੈ, ਹੋਰ ਕਿਸੇ ਰਾਹੀਂ ਉਹ ਰੱਬ ਨੂੰ ਨਹੀਂ ਮਿਲ ਸਕਦਾ। ਨਾ ਹੀ ਕਿਸੇ ਪਰਤੈ, ਹੋਰ ਕਿਸੇ ਕੋਲੋਂ।
ਹੋਰ ਕਿਸੇ ਰਾਹੀਂ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਗੁਰੂ ਨੂੰ ਮਿਲੇਗਾ ਤਾਂ ਪਰਮਾਤਮਾ ਨੂੰ ਮਿਲੇਗਾ। ਇਸ ਲਈ ਜਿੰਨਾ ਸਮਾਂ ਪਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ, ਤੁਸੀਂ ਨਗੁਰੇ ਰਹਿ ਸਕਦੇ ਹੋ। ਆਪਣਾ ਬਾਣੀ ਪੜ੍ਹੀ ਜਾਓ। ਬਾਣੀ ਪੜ੍ਹਨ ਨਾਲ ਜੋ ਪ੍ਰਾਪਤ ਹੋਣਾ ਉਹ ਗੁਰੂ ਵਾਲੇ ਨੂੰ ਵੀ ਹੋ ਜਾਣਾ, ਉਹ ਨਗੋਰੇ ਨੂੰ ਵੀ ਹੋ ਜਾਣਾ, ਉਹ ਸਿੱਖ ਨੂੰ ਵੀ ਹੋ ਜਾਣਾ, ਉਹ ਹਿੰਦੂ ਨੂੰ ਵੀ ਹੋ ਜਾਣਾ, ਉਹ ਈਸਾਈ ਨੂੰ ਵੀ ਹੋ ਜਾਣਾ, ਉਹ ਮੁਸਲਮਾਨ ਨੂੰ ਵੀ ਹੋ ਜਾਣਾ। ਜਿਹੜਾ ਬਾਣੀ ਪੜ੍ਹੇਗਾ, ਬਾਣੀ ਪੜ੍ਹਨ ਦੇ ਜੋ ਲਾਭ ਸ਼੍ਰੀ ਗੁਰੂ ਦਿੱਤੇ ਨੇ ਉਹ ਪ੍ਰਾਪਤ ਹੋ ਜਾਣੇ ਨੇ। ਪਰ ਜੇ ਕਦੇ ਇੱਛਾ ਹੋ ਜਾਏ ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਫਿਰ ਗੁਰੂ ਵਾਲਾ ਹੋਣਾ ਪੈਣਾ, ਨਹੀਂ ਤਾਂ ਆਪਣਾ ਬਾਣੀ ਪੜ੍ਹੀ ਜਾਓ। ਸੁਰ ਕੀ ਬਾਣੀ ਸੁਣਨ ਦਾ ਵੀ ਉਹ ਨਹੀਂ ਮਹਾਤਮ ਹੈ। ਬਾਣੀ ਪੜ੍ਹ ਲਓ, ਬਾਣੀ ਸੁਣ ਲਓ। ਇਹ ਤਾਂ ਜਿਹੜਾ ਨਹੀਂ ਪੜ੍ਹਿਆ ਹੋਇਆ ਉਹ ਪੜ੍ਹ ਕੇ ਸੁਣ ਲੈਂਦਾ। ਜੇ ਬਹੁਤ ਸਾਰੇ ਲੋਕ ਕੀਰਤਨ ਸੁਣਦੇ ਨੇ, ਕੋਈ ਟੀ ਵੀ 'ਤੇ ਸੁਣ ਰਿਹਾ, ਕੋਈ ਕਿਸੇ ਕੈਸਟ ਲਾ ਕੇ ਸੁਣ ਰਿਹਾ, ਕੋਈ ਹੋਰ ਬਥੇਰੇ ਸਾਧਨ, ਕੋਈ ਮੋਬਾਇਲ ਤੋਂ ਸੁਣ ਰਿਹਾ ਹੈ, ਉਹ ਆਪ ਨਹੀਂ ਕਰ ਸਕਦੇ, ਉਹ ਸੁਣ ਲੈਂਦੇ ਨੇ। ਫਲ ਤੇ ਪ੍ਰਾਪਤ ਹੋਣਾ ਜਿਹੜੇ ਕਰਨ ਵਾਲਾ ਹੈ ਉਹ ਧਿਆਨ ਨਾਲ ਕਰ ਰਿਹਾ ਹੈ, ਉਹਨੂੰ ਧਿਆਨ ਨਾਲ ਕਰਨਾ ਪੈਂਦਾ। ਸੁਣਨ ਵਾਲਾ ਕਈ ਵਾਰੀ ਬੇਧਿਆਨਾ ਹੋ ਜਾਂਦਾ। ਮੰਨ ਲਓ ਮੈਂ ਕਥਾ ਕਰ ਰਿਹਾ, ਮੈਂ ਤਾਂ ਮੇਰਾ ਧਿਆਨ ਹੀ ਕਥਾ ਵੱਲ ਹੈ, ਮੇਰਾ ਧਿਆਨ ਬਾਜ਼ਾਰ 'ਚ ਨਹੀਂ ਜਾ ਸਕਦਾ, ਇੱਧਰ ਉੱਧਰ ਨਹੀਂ ਜਾਦਾ ਵੀ ਆਹ ਸਮੋਸੇ ਸਮੂਸੇ ਖਾਓ ਬੈਠੇ ਬੈਠੇ। ਤੁਸੀਂ ਜਾ ਸਕਦੇ ਹੋ, ਤੁਸੀਂ ਜਾ ਸਕਦੇ। ਤੁਸੀਂ ਕਿੰਨੀ ਵਾਰ ਵਿੱਚੋਂ ਬੇਧਿਆਨੇ ਹੋ ਜਾਂਦੇ ਹੋ, ਕਿਉਂਕਿ ਸੁਣਨਾ ਸਭ ਤੋਂ ਔਖਾ ਕੰਮ ਹੈ। ਸੁਣਨਾ ਸਭ ਤੋਂ ਔਖਾ ਕੰਮ ਹੈ। ਇਹਦੇ ਲਈ ਬੜੇ ਜਿਗਰੇ ਦੀ ਲੋੜ ਹੈ। ਮੈਂ ਦੇਖਿਆ ਟੀਚਰ ਬੈਠੇ ਸਟਾਫ ਰੂਮ 'ਚ, ਇੱਕ ਟੀਚਰ ਗੱਲ ਸੁਣਾ ਰਿਹਾ, ਉਹਦੀ ਗੱਲ ਪੂਰੀ ਨਹੀਂ ਹੋਣ ਦੇ ਕੋਈ ਦੂਜਾ ਵਿੱਚ ਬੋਲਣਾ। ਇਹਨੇ ਅਸੀਂ ਬੇਸਬਰੇ ਹਾਂ, ਅਸੀਂ ਸੁਣਾਉਣਾ ਚਾਹੁੰਦੇ ਹਾਂ, ਸੁਣਨਾ ਨਹੀਂ ਚਾਹੁੰਦੇ। ਅਸੀਂ ਸੁਣਾਉਣਾ ਚਾਹੁੰਦੇ ਹਾਂ, ਸਾਡੇ 'ਚ ਅੰਦਰ ਹੋਂ ਹੈ ਨਾ, ਅਸੀਂ ਸੁਣਾਉਣਾ ਚਾਹੁੰਦੇ ਹਾਂ। ਸੁਣਨਾ ਬਹੁਤ ਔਖਾ ਹੁੰਦਾ ਹੈ। ਇਸ ਲਈ ਸੁਣਾਉਣ ਵਾਲਾ ਨਹੀਂ ਲਿਖਿਆ ਕਿਤੇ, ਸੁਣਿਏ। ਸੁਣਨ ਦੀਆਂ ਪੌੜੀਆਂ ਨੇ, ਫਿਰ ਮੰਨਣ ਦੀਆਂ ਨੇ। ਬਸ ਗੁਰੂ ਨੂੰ ਪਤਾ ਸੀ ਵੀ ਸੁਣਨਾ ਹੀ ਤਾਂ ਸਭ ਤੋਂ ਔਖਾ ਹੈ। ਜੇ ਕਿਤੇ ਧਿਆਨ ਨਾਲ ਸੁਣ ਲਿਆ ਜਾਏ ਤਾਂ ਸੁਣਨ ਨਾਲ ਇੱਕ 4 ਪੌੜੀ 'ਤੇ ਪੜ੍ਹ ਕੇ ਦੇਖ ਜਾਵੇ ਕਿੰਨੀ ਮਹਾਨਤਾ ਹੈ। ਵੀ ਸਿਰਫ ਸੁਣਨ ਨਾਲ ਹੀ ਕੀ ਕੁਛ ਮਿਲ ਜਾਂਦਾ ਹੈ। ਸੁਣਨਾ ਹੀ ਔਖਾ ਹੈ। ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਅੱਗੇ ਕਹਿੰਦੇ ਸ਼ਲੋਕ ਮਹਿਲਾ ਚੌਥਾ, ਇਹ ਮਨੂਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਗੁਰਮੁਖ ਬਣ ਕੇ ਆਪਣਾ ਚਿੱਤ ਜੋੜ ਦੇਣ ਨਾਮ ਨਾਲ। ਇਸ ਮਨ ਨੂੰ ਕਿ ਦ੍ਰਿੜ ਕਰਕੇ ਰੱਖਣਾ, ਇਹਦੇ ਤੇ ਭੱਜੇ ਨਾ, ਇਹਨੂੰ ਕੋਸ਼ਿਸ਼ ਕਰਨੀ ਵੀ ਟਿਕਿਆ ਰਹੇ। ਕਿਉਂ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਕਹਿੰਦੇ ਉੱਠਦਿਆਂ ਬੈਠਦਿਆਂ ਸਵਾਸ ਸਵਾਸ ਨਾਮ ਜਪਦੇ ਰਹਿਣਾ ਚਾਹੀਦਾ। ਨਾਮ ਨੂੰ ਵਿਸਾਰਨਾ ਨਹੀਂ ਚਾਹੀਦਾ, ਇਹਨੂੰ ਵਿਸਾਰਨਾ ਨਹੀਂ ਚਾਹੀਦਾ। ਬੈਠੇ ਹੋ ਤਾਂ ਵੀ ਜਪੋ, ਤੁਰਦੇ ਹੋ ਤਾਂ ਵੀ ਜਪੋ, ਸਵਾਸ ਸਵਾਸ ਜਪੋ। ਕਹਿੰਦੇ ਆਲਾ ਕਹਿੰਦਾ ਜੀ ਅਸੀਂ ਤਾਂ ਸੰਸਾਰੀ ਜੀਵ ਹਾਂ। ਇਹ ਤਾਂ ਪਤਾ ਨਹੀਂ ਵਿਹਲਿਆਂ ਲਈ ਲਿਖਿਆ ਹੋਣਾ, ਵੀ ਸ਼ਾਇਦ ਵਿਹਲਿਆਂ ਲਈ ਲਿਖਿਆ ਵੀ ਜਿਹੜਾ ਵਿਹਲਾ ਜਪੀ ਜਾਓ ਜੀ। ਗੁਰੂ ਨਾਨਕ ਦੇਵ ਸਾਨੂੰ ਕਿਹਾ ਨਹੀਂ ਤੁਸੀਂ ਵਿਹਲੇ ਬੈਠੋ, ਉਹ ਤਾਂ ਕਿਤੇ ਕਿਰਤ ਕਰੋ। ਉਹ ਤਾਂ ਵਿਹਲੜਾਂ ਨੂੰ ਪਸੰਦ ਹੀ ਨਹੀਂ ਸਨ ਕਰਦੇ। ਗੁਰੂ ਨਾਨਕ ਜੀ ਵਿਹਲੜਾਂ ਨੂੰ ਤਾਂ ਪਸੰਦ ਹੀ ਨਹੀਂ ਸਨ ਕਰਦੇ। ਹੁਣ ਜਦ ਦੇਖਿਆ ਵੀ ਅੱਛਾ ਹਿੰਦੁਸਤਾਨ ਕਰੋੜਾਂ ਮੰਗਤੇ ਨੇ, ਕਰੋੜਾਂ ਸਾਧੂ ਬਣੇ ਹੋਏ ਨੇ, ਲੋਕਾਂ ਦੇ ਸਿਰ ਤੋਂ ਖਾਂਦੇ ਨੇ, ਕੰਮ ਕੋਈ ਕਰਦੇ ਹੀ ਨਹੀਂ ਹੈਗੇ, ਕੋਈ ਕਿਰਤ ਹੀ ਨਹੀਂ ਕਰਦੇ, ਦੂਜਿਆਂ ਦੇ ਸਿਰ ਤੋਂ ਖਾਂਦੇ ਨੇ।
ਧਰਮ ਦੀ ਤਾਂ ਮੌਜ ਹੀ ਬੜੀ ਹੈ, ਕੰਮ ਕਰਨ ਦੀ ਲੋੜ ਹੀ ਨਹੀਂ, ਖਾਣ ਪੀਣ ਨੂੰ ਵਾਧੂ। ਇੱਕ ਵਾਰੀ ਧਾਰਮਿਕ ਬਣ ਜਾਓ ਤੁਸੀਂ, ਇੱਕ ਵਾਰੀ ਤੁਹਾਡੇ 'ਤੇ ਲੇਬਲ ਲੱਗ ਜਾਏ, ਬਸ ਕੋਈ ਕਮੀ ਨਹੀਂ। ਹਿੰਦੁਸਤਾਨ ਸ਼ਰਧਾਲੂ ਬੰਦੇ ਦਾ ਦੇਸ਼ ਹੈ ਇਹ। ਚਾਹੇ ਤੁਸੀਂ ਅੰਦਰੋਂ ਠੱਗ ਹੋ, ਬਾਹਰੋਂ ਧਾਰਮਿਕ ਦਿਸਣੇ ਚਾਹੀਦੇ ਹਨ। ਬਾਹਰੋਂ ਬਾਬੇ ਦਿਸੋ, ਵਾਹ ਬੱਲੇ 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 ਬੱਲੇ। ਕੁਝ ਸਾਲਾਂ ਬਾਅਦ ਫਾਰਚੂਨ ਗੱਡੀ ਤੁਹਾਡੇ ਕੋਲ ਹੋਏਗੀ, ਅੱਗੇ ਪਿੱਛੇ ਸੇਵਕ ਹੋਣਗੇ, ਬੱਲੇ 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 ਬੱਲੇ। ਅੰਦਰੋਂ ਭਾਵੇਂ ਕੁਛ ਵੀ ਹੋਵੇ। ਗੁਰੂ ਮਹਾਰਾਜ ਫਿਰ ਆਹੀ ਕੁਛ ਦੇਖਿਆ ਵੀ ਤਾਂ ਬੋਝ ਨੇ, ਇਹ ਤਾਂ ਬੋਝ ਨੇ ਸਮਾਜ 'ਤੇ। ਮੈਂ ਜਿਹੜਾ ਸਿੱਖ ਤਿਆਰ ਕਰਨਾ ਉਹ ਕਿਰਤੀ ਕਰਨਾ, ਆਪਣਾ ਕਮਾ ਕੇ ਖਾਵੇ ਤੂੰ, ਆਪਣਾ ਕਮਾ ਕੇ ਖਾ। ਇੱਕ ਵਾਰੀ ਇੱਕ ਬੜੇ ਸਾਲਾਂ ਦੀ ਗੱਲ ਹੈ, ਉਦੋਂ ਮੈਂ ਸਰਵਿਸ ਕਰਦਾ ਸੀ, ਦੀਵਾਨ ਲੱਗਣੇ ਸ਼ੁਰੂ ਹੋ ਗਏ ਸੀ। ਕੋਈ ਕੀਰਤਨ 'ਤੇ ਕਿਸੇ ਮਹਾਂਪੁਰਖ ਨੂੰ ਸੱਦਿਆ ਹੋਣਾ ਹੈ, ਉਹਨੇ 2 ਗੱਲਾਂ ਨੋਟ ਕੀਤੀਆਂ ਭਾਈ ਮੈਨੂੰ। ਮੈਂ ਉਹ ਡਰਾਇੰਗ ਰੂਮ 'ਚ ਬੈਠੇ ਨੇ, ਮੈਂ ਖੜ੍ਹਾ, ਸੰਗਤ ਮੈਨੂੰ ਮਿਲਦੀ ਹੈ, ਮੈਂ ਉਸ ਵੇਲੇ ਬੜੇ ਪਿਆਰ ਨਾਲ ਉਹਨਾਂ ਨੂੰ ਮਿਲ ਰਿਹਾ ਹਾਂ ਜਿਵੇਂ ਹੁਣ ਮਿਲਦਾ ਹਾਂ। ਮੈਂ ਕੋਈ ਸੰਗਦਾ ਸੁੰਗਦਾ ਨਹੀਂ ਹੈਗਾ, ਕਿਉਂਕਿ ਸੰਗ ਉਦੋਂ ਲੱਗਦੀ ਹੈ ਜਦੋਂ ਆਪਾਂ ਮਨ ਦੇ ਸ਼ੁੱਧ ਨਹੀਂ ਹੈਗੇ। ਉਦੋਂ ਹਮੇਸ਼ਾ ਆਪਾਂ ਨੂੰ ਡਰ ਲੱਗਦਾ ਰਹੇਗਾ। ਮਨ ਸ਼ੁੱਧ ਹੈ ਵੀ ਠੀਕ ਹੈ, ਕੋਈ ਮੇਰੀ ਭੈਣ ਹੈ, ਕੋਈ ਮੇਰੀ ਧੀ ਲੱਗਦੀ ਹੈ, ਕੋਈ ਕੁਛ ਇਸ ਤਰ੍ਹਾਂ ਮਿਲੀ ਜੋ ਨਹੀਂ। ਮੈਂ ਬੜੇ ਪਿਆਰ ਨਾਲ ਮਿਲ ਰਿਹਾ, ਸੰਗਤ ਮਿਲ ਰਹੀ ਹੈ, ਉਹਨਾਂ ਨੂੰ ਮੱਥਾ ਟੇਕਦੀ ਹੈ। ਬਾਅਦ 'ਚ ਮੈਨੂੰ ਕਹਿੰਦੇ, ਭਿੰਡਰ ਸਾਹਿਬ ਜਿਵੇਂ ਤੁਹਾਨੂੰ ਸੰਗਤ ਮਿਲਦੀ ਹੈ, ਮੇਰਾ ਜੀਅ ਕੀਤਾ ਅਸੀਂ ਵੀ ਇਸ ਤਰ੍ਹਾਂ ਮਿਲੀਏ, ਪਰ ਸਾਡੇ ਪਿੰਡ 'ਚ ਇੱਕ ਸਮੱਸਿਆ ਹੈ, ਅਸੀਂ ਬੇਹੰਗਮ ਹਾਂ, ਅਸੀਂ ਇਸ ਤਰ੍ਹਾਂ ਮਿਲ ਨਹੀਂ ਸਕਦੇ। ਕਹਿੰਦੇ ਜੀ ਸਾਡਾ ਕਰਦਾ ਜਿਵੇਂ ਤੁਹਾਨੂੰ ਸੰਗਤ ਮਿਲ ਰਹੀ ਹੈ, ਅਸੀਂ ਵੀ ਸੰਗਤ ਨੂੰ ਇਸ ਤਰ੍ਹਾਂ ਮਿਲੀਏ, ਪਰ ਸਾਡਾ ਇੱਕ ਸਮੱਸਿਆ ਹੈ ਕਿ ਅਸੀਂ ਬੇਹੰਗਮ ਹਾਂ, ਭਾਵ ਛੜੇ ਹਾਂ, ਅਸੀਂ ਸੰਗਤ ਨੂੰ ਇਸ ਤਰ੍ਹਾਂ ਨਹੀਂ ਮਿਲ ਸਕਦੇ। ਦੂਜਾ ਕਹਿੰਦੇ ਤੁਸੀਂ ਸਾਡੇ ਤੋਂ ਉੱਪਰ ਹੋ। ਮੈਂ ਜੀ ਕਿਉਂ? ਕਹਿੰਦੇ ਤੁਸੀਂ ਆਪਣਾ ਕਮਾ ਕੇ ਖਾਂਦੇ ਹੋ, ਤੁਸੀਂ ਨੌਕਰੀ ਕਰਦੇ ਹੋ, ਆਪਣਾ ਕਮਾ ਕੇ ਖਾਂਦੇ ਹੋ। ਅਸੀਂ ਤਾਂ ਲੋਕਾਂ ਦੇ ਦਿੱਤੇ ਹੋਏ ਕੱਪੜੇ ਪਾਉਣੇ ਆ, ਲੋਕਾਂ ਦੇ ਦਿੱਤੀਆਂ ਹੋਈਆਂ ਰੋਟੀਆਂ ਖਾਂਦੇ ਹਾਂ। ਅਸੀਂ ਤਾਂ ਲੋਕਾਂ ਦੇ ਸਿਰ 'ਤੇ ਹਾਂ, ਸੰਗਤ ਦੇ ਸਿਰ 'ਤੇ ਹਾਂ, ਤੁਸੀਂ ਤਾਂ ਆਪਣਾ ਕਮਾ ਕੇ ਖਾ ਰਹੇ ਹੋ। ਹਾਂਜੀ, ਉਹਨਾਂ 2 ਗੱਲਾਂ ਨੋਟ ਕੀਤੀਆਂ, ਕਹਿੰਦੇ ਹਾਂ ਬਈ ਠੀਕ ਹੈ। ਸੋ ਇਸ ਲਈ ਜੇ ਮਨ ਸ਼ੁੱਧ ਹੈ ਨਾ, ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ, ਕੋਈ ਕੁਛ ਨਹੀਂ ਕਹਿੰਦਾ। ਸੋ ਕਹਿੰਦੇ ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿਤ। ਸੋ ਗੁਰੂ ਮਹਾਰਾਜ ਨੇ ਇਸੇ ਲਈ ਸਿੱਖ ਤਿਆਰ ਕੀਤਾ ਕਿ ਮੇਰਾ ਸਿੱਖ ਕਿਰਤੀ ਹੋਵੇ, ਆਪਣਾ ਕਮਾ ਕੇ ਖਾਵੇ, ਉਹ ਕਿਸੇ 'ਤੇ ਨਿਰਭਰ ਨਾ ਹੋਵੇ। ਹੁਣ ਅਸੀਂ ਕਿਰਤ ਕਰਨੋਂ ਹੀ ਹਟ ਗਏ ਹਾਂ। ਜੇ ਕਰਦੇ ਹਾਂ ਤਾਂ ਉਸ ਕਿਰਤ 'ਚ ਮਿਲਾਵਟ ਹੁੰਦੀ ਹੈ, ਕਿਸੇ ਰਿਸ਼ਵਤ ਦੀ, ਕਿਸੇ ਕਾਸੇ ਦੀ, ਕਦੇ ਕਾਸੇ ਦੀ। ਹਾਂ, ਸੱਚੀ ਸੁੱਚੀ ਕਿਰਤ 'ਤੇ ਰਹੀ ਨਹੀਂ ਗਈ ਹੁਣ। ਇਸ ਲਈ ਗੁਰੂ ਮਹਾਰਾਜ ਖੁਸ਼ ਨਹੀਂ ਹੁੰਦੇ। ਸਾਡੇ ਹਰਾਮ ਦੀ ਕਮਾਈ 'ਤੇ ਗੁਰੂ ਮਹਾਰਾਜ ਖੁਸ਼ ਨਹੀਂ ਹੁੰਦੇ। ਜੇ ਉਹਨੇ ਇਸ ਤਰ੍ਹਾਂ ਖੁਸ਼ ਹੋਣਾ ਸੀ ਤਾਂ ਉਹ ਭਾਈ ਲਾਲੋ ਨਾਲੋਂ ਮਲਕ ਭਾਗੋ, ਫਿਰ ਮਲਕ ਭਾਗੋ ਨੂੰ ਤਰਜੀਹ ਦਿੰਦੇ ਵੀ ਜ਼ਰੂਰੀ ਇੱਥੇ ਬਾਜਰੇ ਦੀ ਰੋਟੀ ਖਾਣੀ ਹੈ, ਆਹਾ ਪੂਰੀਆਂ ਪਾਰੀਆਂ ਖਾਓ ਜਾ ਕੇ। ਉਹ ਨਹੀਂ ਖਾਧੀਆਂ ਵੀ ਤੇਰੀ ਕਮਾਈ ਹਰਾਮ ਦੀ ਹੈ, ਅਸੀਂ ਤੇਰਾ ਭੋਜਨ ਨਹੀਂ ਖਾਂਦੇ, ਨਹੀਂ ਖਾਂਦੇ। ਹੁਣ ਮੈਨੂੰ ਯਾਦ ਹੈ ਜਦੋਂ ਇੱਥੇ ਪ੍ਰੋਗਰਾਮ ਹੁੰਦਾ ਸੀ ਤਾਂ ਲੋਕ ਦੇਖ ਕਰਵਾਇਆ ਕਰਦੇ ਸਨ। ਬੀਬੀ ਜੀ ਸਾਫ਼ ਕਹਿੰਦੇ, ਦੇਖ ਭਾਈ ਸਾਨੂੰ ਨਹੀਂ ਪਤਾ ਤੇਰੀ ਕਮਾਈ ਕਿਹੋ ਜਿਹੀ ਹੈ, ਜੇ ਤੂੰ ਚਾਹੁੰਦਾ ਤੇਰੀ ਦੇਗ ਨੂੰ ਭੋਗ ਲੱਗੇ ਫਿਰ ਤਨਖਾਹ ਦੇ ਵਿੱਚੋਂ 100 ਰੁਪਈਆ ਦੇ ਕੇ ਜਾਈ। ਹਾਂ, ਤਨਖਾਹ 'ਚੋਂ ਉਦੋਂ 100 ਰੁਪਏ ਦੇ ਅਸੀਂ ਬਣੇ, ਤਨਖਾਹ 'ਚੋਂ 100 ਰੁਪਇਆ ਦੇ ਕੇ ਜਾਈ ਤਾਂ ਜੋ ਤੇਰੀ 10 9 ਦੀ ਕਿਰਤ ਦੇ ਵਿੱਚੋਂ ਦੇਗ ਬਣੇਗੀ, ਫਿਰ ਭੋਗ ਲੱਗੂਗਾ।
नहीं तो गुरु बारे भोग नहीं लाना, तो जिन्हें भोग ही ना लाया फिर तो कड़ाह रह गया, देग थोड़ी बनी वो। निरी किरपान भेंट करन नाल नहीं गल बनती है, ये तो फॉर्मैलिटी है जी। हाँ जी, लाता गुरु महाराज ने भोग जी, असीं सपोज कर लिया लाता। धन्ने भगत ने लवाया, नामदेव ने भोग लवाया, उनके बापू जी फॉर्मैलिटी करते सन, उन्होंने लवाया। सो इसलिए तां गुरु महाराज कैसे 10 नूं की किरत होनी चाहिए है। दूजे तक तुसी रिश्वत का 1000 रुपया लिया, 1000 का 1000 तुसी गुरु अगे मत्था टेक दो, उन्होंने प्रवान नहीं है। हाँ, गुरुद्वारे का प्रवान कर ही लैणगे, उन्होंने बेचारे की पता कौदी है, वो तो सब उसने तुहानूं सरोपा गल च पता नहीं, वाह भी वाह बड़ा बड़ा दानी है, वो तो उसका सरोपा पा दे गल च भी वाह बल्ले बल्ले बड़ा बड़ा दानी। गुरु बार ने प्रवान नहीं करना। तो 10 नूं की किरत ते रहना है बड़ा औखा। उदों ठीक सी जमाने, लोग 10 नूं की किरत करते सन, अपना गुजारा गुजरा कर लेंदे सन। हुण ते खर्चे इन्ने हो गए ने। अलग कहते बाबा जी तुहाडा जवाक नहीं जल्ला नहीं, तुहानूं ये गल कहनी आसान है। थापर काल दे मैं कहता 1.25 लाख रुपया फीस देनी है, 40,000 मेरी तनख्वाह है, बस दसो बाकी कित्थों आऊगा। मैं फिर अक चब ला, वाही हो सकता है, पर याद रखी अक कौड़ा हुंदा ही, अक फिर तेरू अक तो जबड़ा ही पैना। अपनी थां ते बेचारा ठीक है, अपनी थां ते ठीक है, तो धर्म के पॉइंट तो मैं ठीक सी। हाँ जी, मैं तो देखो जो बाणी च लिखा उही गल कहनी, जो गुरु जीवन च उही गल कहनी है। ये तो हुण तुसी अपना देखना है। सो गुरु महाराज कहते ਜਿਹੜਾ ਉੜਦਿਆਂ ਬੈਠਦਿਆਂ ਸਾਸ ਸਾਸ ਨਾਮ ਜਪਦਾ ਰਹਿੰਦਾ, ਰੱਬ ਨੂੰ ਕਦੇ ਵਿਸਾਰਦਾ ਹੀ ਨਹੀਂ। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਕਿਉਂਕਿ ਆਪਣੀ ਜਿੰਦ ਨੂੰ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਉਹ, ਫਿਰ ਉਹਦੀ ਜੰਮਣ ਮਰਨ ਦੀ ਚਿੰਤਾ ਹੀ ਖਤਮ ਹੋ ਗਈ। ਕਿਉਂਕਿ ਜਿਹੜਾ ਸਵਾਸ ਸਵਾਸ ਸਿਮਰਨ ਕਰਦਾ, ਉੜਦਾ ਬੈਠਦਿਆਂ ਕਰਦਾ, ਉਹਨੂੰ ਦੁਬਾਰਾ ਜਨਮ ਲੈਣ ਦੀ ਲੋੜ ਹੀ ਨਹੀਂ ਹੋ ਗਈ, ਉਹ ਤਾਂ ਮੁਕਤ ਹੋ ਗਿਆ ਹੈ, चिंता ही खत्म हो। ज्यों पावै त्यों रख तूं, जन नानक नाम बख्श। हे परमात्मा जिमें तेनू चंगा लगदा तू उवें मैनू रख, पर एक किरपा कर दे, मैनू नाम दी बख्शिश कर दे। बाकी तो जिवें तेरी मर्जी रख, पर मैनू नाम दी बख्शिश कर दे। गुरु नूं पता जे नाम जपांगे तो रब ने तो साडे वल हो जाना, क्योंकि रब नूं सब तो प्यारी चीज़ ही उहदा नाम है। उन्होंने भगत वछल कहते हैं। वछल हुंदा प्यार करन वाला। परमात्मा नूं परमात्मा भगती नूं प्यार करता है, इस नूं भगत वछल कहते। जिहड़ा उहदी भगती करता है परमात्मा उहनूं प्यार करता है, तो जिहनूं हुण परमात्मा प्यार करता है हुण उदों उपर होर कौन है? तुसीं आप ही अंदाज़ा ला लो। तुसीं भजन बंदगी कर रहे हो, परमात्मा तुहानूं प्यार कर रहा है, इसलिए कहते उसकी चिंता ही खत्म हो जाती है। कि जे मर्जी रख, बस मैनूं नाम दी बख्शिश कर दे। महला तीजा। मनमुख अहंकारी महल न जाने, खिन आगे खिन पीछे। महल हुंदा परमात्मा दा घर, भाव सत संगत। जिहड़ा मनमुख हुंदा वो हंकारी हुंदा हमेशा, उहनूं सत संगत दा ज्ञान ही नहीं हैगा, वो सत संगत च आउंदा ही नहीं है। खिन आगे खिन पीछे। कदे तो जी करदा सत्संग कर ली यार कहिंदे ने, फिर हट जा छड़ यार इहदे च की पिया, कदे अगे कदे पिछे, 2 कदम अगे गया 2 कदम पिछे आ गया, उत्थे तो उत्थे रह जांदा। जिवें लंगूर है एक दरख्त ते बैठा, उतों दूजे दरख्त ते छाल मारदा है,
ਅਗਰ ਅੱਧ ਵਿਚਾਲੇ ਜਾ ਕੇ ਉਹਨੂੰ ਪਤਾ ਲੱਗ ਜਾਏ ਨਾ ਮੈਂ ਉਸ ਦਰਖਤ ਤੱਕ ਨਹੀਂ ਪਹੁੰਚ ਸਕਦਾ, ਉਹ ਉੱਥੋਂ ਹੀ ਮੁੜ ਪੈਂਦਾ। ਦੇਖੋ ਐਸੀ ਉਹਦੀ ਕਲਾ ਹੈ। ਹਵਾ ਦੇ ਵਿੱਚ ਹੀ ਉਹਨੇ ਧਰਤੀ ਉੱਤੇ ਹਵਾ ਦੇ ਵਿੱਚ ਹੀ ਮੁੜ ਕੇ ਪਹਿਲੇ ਦਰਖਤ 'ਤੇ ਚਲੇ ਜਾਣਾ, ਅਤੇ ਜੇ ਉਹ ਛਾਲ ਮਾਰੇ ਸ਼ਾਇਦ ਦੂਜੇ ਦਰਖਤ 'ਤੇ ਪਹੁੰਚ ਜਾਂਦਾ, ਹੌਸਲਾ ਛੱਡ ਕੇ ਵਿੱਚ ਵੀ ਸ਼ਾਇਦ ਮੈਂ ਉੱਥੇ ਨਾ ਪਹੁੰਚ ਸਕਾਂ, ਸ਼ਾਇਦ 'ਚ ਰਹਿ ਗਿਆ, ਉੱਥੇ ਮੁੜ ਆਉਂਦਾ। ਐਂ ਹੀ ਇਹ ਜਿਹੜਾ ਹੈ ਮਨਮੁਖ ਹੈ। ਕਿਸੇ ਨੇ ਕਹਿਤਾ ਯਾਰ ਆ ਸਤਸੰਗ ਕਰੀਏ, ਕਦੇ ਤਾਂ ਮਨ ਬਣ ਜਾਂਦਾ ਹੈ ਕਰਨੀ ਚਾਹੀਦੀ, ਛੱਡ ਪਰੇ ਫਿਰ 2 ਮਿੰਟ ਛੱਡ ਪਰਾ ਕੀ ਕਰਨੀ। ਹਾਂਜੀ, ਇਸ ਤਰ੍ਹਾਂ ਰਹਿ ਜਾਂਦਾ। ਖਿਨ ਆਗੇ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੇ। ਉਹਨੂੰ ਬੁਲਾਈ ਜੋ ਵੀ ਆ ਜਾ ਸਤਸੰਗ 'ਚ, ਆ ਜਾ ਸਤਸੰਗ 'ਚ, ਆਉਂਦਾ ਹੀ ਨਹੀਂ ਹੈ। ਕਿਉਂ ਕਰ ਦਰਗਾਹ ਸੀਜੇ, ਸੀਜੇ ਦਾ ਸਫਲ ਹੋਣਾ। ਉਹ ਫਿਰ ਦਰਗਾਹ 'ਚ ਜਾ ਕੇ ਕਿਵੇਂ ਸਫਲ ਹੋ ਸਕਦਾ ਹੈ, ਉਹ ਕਿਵੇਂ ਦਰਗਾਹ 'ਚ ਪ੍ਰਵਾਨ ਹੋ ਸਕਦਾ ਹੈ, ਕਿਉਂਕਿ ਉਹ ਸਤ ਸੰਗਤ ਤੇ ਕਰਦਾ ਹੀ ਨਹੀਂ। ਸਤ ਸੰਗਤ ਕਰੇਗਾ ਤਾਂ ਜਾ ਕੇ ਗਿਆਨ ਹੋਏਗਾ। ਸਤ ਸੰਗਤ ਤੋਂ ਬਿਨਾਂ ਗਿਆਨ ਹੀ ਨਹੀਂ ਹੁੰਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਅੱਗੇ ਦੀ ਜ਼ਿੰਦਗੀ ਛੱਡੋ, ਸਤ ਸੰਗਤ ਤੋਂ ਬਿਨਾਂ ਤਾਂ ਇਹੀ ਨਹੀਂ ਪਤਾ ਲੋਕਾਂ ਨੂੰ ਕੀ ਠੀਕ ਹੈ ਅਤੇ ਕੀ ਗਲਤ ਹੈ। ਵੱਡੇ ਵੱਡੇ ਪੜ੍ਹੇ ਲਿਖਿਆਂ ਨੂੰ ਵੀ ਨਹੀਂ ਪਤਾ ਕੀ ਠੀਕ ਹੈ ਅਤੇ ਕੀ ਗਲਤ ਹੈ। ਜਦੋਂ ਸਤ ਸੰਗਤ ਕਰਨੀ ਸ਼ੁਰੂ ਕਰਦੇ ਫਿਰ ਪਤਾ ਲੱਗਦਾ ਉਹ ਜੋ ਕੁਛ ਕਰਦੇ ਸੀ ਗਲਤ ਕਰਦੇ ਸੀ। ਹਾਂ, ਉਹਨੂੰ ਛੱਡ ਦਿੰਦੇ ਨੇ, ਫਿਰ ਉਹਨੂੰ ਛੱਡ ਦਿੰਦੇ ਨੇ। ਸਤ ਸੰਗਤ 'ਚ ਆ ਕੇ ਗਿਆਨ ਹੁੰਦਾ ਹੈ। ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ੂ ਢੋਰ, ਢੋਰ ਡੰਗਰ ਨੂੰ ਕਹਿੰਦੇ ਨੇ। ਸਤ ਸੰਗਤ ਤੋਂ ਬਿਨਾਂ ਤਾਂ ਬੰਦਾ ਇਸ ਤਰ੍ਹਾਂ ਜਿਵੇਂ ਡੰਗਰ ਹੋਵੇ, ਜਿਵੇਂ ਡੰਗਰ ਨੂੰ ਕੋਈ ਸੋਝੀ ਨਹੀਂ ਹੁੰਦੀ। ਡੰਗਰ ਨੂੰ ਨਹੀਂ ਪਤਾ ਕੀ ਠੀਕ ਹੈ ਅਤੇ ਕੀ ਗਲਤ ਹੈ, ਉਹਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ। ਇਹ ਸੋਝੀ ਤਾਂ ਮਨੁੱਖ ਨੂੰ ਹੀ ਦਿੱਤੀ ਹੋਈ ਹੈ ਬੰਦੇ ਨੂੰ। ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਸਤਿਗੁਰ ਦਾ ਮਹਿਲ ਤਾਂ ਵਿਰਲਾ ਟਾਵਾਂ ਜਾਣਦਾ ਹੈ। ਸਤਿਗੁਰ ਦੀ ਸੰਗਤ ਨੇ ਵਿਰਲੇ ਟਾਵੇਂ ਨੂੰ ਮਾਨਤਾ ਦਾ ਪਤਾ, ਅਤੇ ਜਿਹਨੂੰ ਫਿਰ ਪਤਾ ਨਾ ਸਦਾ ਰਹੇ ਕਰ ਜੋੜ, ਉਹ ਸਦਾ ਹੀ ਹੱਥ ਜੋੜ ਕੇ ਰਹਿੰਦਾ, ਭਾਵ ਨਿਮਰਤਾ ਨਾਲ ਰਹਿੰਦਾ। ਹੱਥ ਜੋੜਨਾ ਨਿਮਰਤਾ ਦੀ ਨਿਸ਼ਾਨੀ, ਉਹ ਨਿਮਰਤਾ ਨਾਲ ਰਹਿੰਦਾ ਹੈ, ਉਹ ਹੰਕਾਰ ਨਹੀਂ ਫਿਰ ਕਰਦਾ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ, ਬਹੋੜ ਹੁੰਦਾ ਵਾਪਸ ਲੈ ਆਉਣਾ। ਜੇ ਪਰਮਾਤਮਾ ਆਪਣੀ ਕਿਰਪਾ ਕਰੇ ਤਾਂ ਉਸ ਮਨਮੁਖ ਨੂੰ ਵੀ ਮੋੜ ਕੇ ਲੈ ਆਉਂਦਾ ਹੈ, ਉਹ ਵੀ ਫਿਰ ਅਖੀਰ ਨੂੰ ਸਤਸੰਗ 'ਚ ਆ ਜਾਂਦਾ ਹੈ। ਇਹ ਦਾਤੇ ਦੀ ਕਿਰਪਾ ਚਾਹੀਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲਿਓ, ਸਤ ਸੰਗਤ ਨਸੀਬ ਹੋਈ ਹੈ। ਮੈਂ ਕੋਈ ਤੁਹਾਨੂੰ ਪਹਿਲਾਂ ਸੰਗਤ ਸੋਚਿਆ ਕਰਦੇ ਸੀ ਬਾਬਾ ਜੀ ਨਾ ਸਾਨੂੰ ਵਡਿਆਈ ਕਰ, ਵੱਡੇ ਭਾਗਾਂ ਵਾਲੇ ਤੁਸੀਂ ਸਤਸੰਗ ਕੀਤੀ, ਸ਼ਾਇਦ ਵੀ ਇਹ ਜਿਹੜੇ ਫੂਕ 'ਚ ਆ ਜਾਣਗੇ ਫਿਰ ਸਤਸੰਗ ਕਰਨ ਲੱਗ ਜਾਣਗੇ। ਹੌਲੀ ਹੌਲੀ ਜੇ ਬਾਣੀ ਪੜ੍ਹੀ ਉਹਨੇ ਕਹਿੰਦੇ ਨਹੀਂ, ਇਹ ਤਾਂ ਬਾਣੀ 'ਚ ਲਿਖਿਆ ਹੋਇਆ, ਤੁਸੀਂ ਵੱਡੇ ਭਾਗਾਂ ਵਾਲੇ ਸਤਸੰਗ ਕੀਤੀ। ਪਹਿਲਾਂ ਹੱਸਿਆ ਕਰਦੇ ਸਨ। ਬਾਬਾ ਜੀ ਟੀਚਰ ਲੱਗੇ ਰਹਿਣ, ਕਹਿੰਦੇ ਮੈਂ ਮਨੋਵਿਗਿਆਨ ਪੜ੍ਹੀ ਹੈ, ਇਸ ਲਈ ਸੰਗਤ ਨੂੰ ਫੂਕ ਦਿੰਦੇ ਨੇ ਵੱਡੇ ਭਾਗਾਂ ਵਾਲੇ ਤੁਸੀਂ, ਤਾਂ ਜੋ ਫਿਰ ਵੀ ਆਉਣ। ਹਾਂਜੀ, ਫਿਰ ਹੌਲੀ ਹੌਲੀ ਪਤਾ ਲੱਗ ਗਿਆ ਵੀ ਨਹੀਂ, ਇਹ ਤਾਂ ਬਾਣੀ 'ਚ ਲਿਖਿਆ ਹੋਇਆ, ਜਿਹੜਾ ਸਤਸੰਗ ਕਰਦਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਜਿਉਂ ਫਿਰ ਆਪਾਂ ਕਰੀ ਜਾਵਾਂਗੇ ਹੋਰ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ। ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।